ਜੀ ਸਾਰਿਆਂ ਨੂੰ ਬਲੈਸ ਯੂ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ, ਪ੍ਰਭੂ ਤੁਹਾਨੂੰ ਬਲੈਸ ਕਰੇ। ਤੇ ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਆਲਰੇਡੀ ਬਹੁਤ ਬਲੈਸਡ ਹੋ, ਕਿਉਂਕਿ ਜਿੱਦਾਂ ਮੈਂ ਹਰ ਵਾਰ ਕਹਿੰਦੀ ਹੁੰਦੀ ਹਾਂ ਕਿ ਪ੍ਰਭੂ ਦਾ ਅੱਜ ਜਿਹੜਾ ਦਿਨ ਆ ਉਹ ਨੇ ਸਾਡੇ ਲਈ ਇੱਕ ਚੁਣਿਆ, ਆਮੀਨ। ਜਿਹਦੇ ਵਿੱਚ ਅਸੀਂ ਅੱਜ ਉਹਦੀ ਕਿਰਪਾ ਦੇ ਥੱਲੇ ਜੀਂਦੇ ਆ। ਦੈਟਸ ਰਾਈਟ। ਤੇ ਆਪਣੇ ਕੋਲ ਬਹੁਤ ਸਾਰੀਆਂ ਬਰਕਤਾਂ ਆ ਜਿਨ੍ਹਾਂ ਨੂੰ ਆਪਾਂ ਗਿਣ ਨਹੀਂ ਸਕਦੇ, ਪਰ ਜਿਹੜਾ ਸਾਡਾ ਵੈਰੀ ਆ ਉਹ ਸਾਨੂੰ ਉਹ ਚੀਜ਼ ਦਿਖਾਉਂਦਾ ਆ ਜਿਹੜੀ ਇੱਕ ਚੀਜ਼ ਦੀ ਘਾਟ ਹੋਵੇ ਸਾਡੇ ਜੀਵਨ ਦੇ ਵਿੱਚ। ਯਪ। ਪਰ ਪ੍ਰਭੂ ਦਾ ਅਸੀਂ ਧੰਨਵਾਦ ਕਰਦੇ ਹਾਂ, ਉਹ ਤੋਂ ਉਹਨਾਂ ਦੇ ਕੰਟਰੋਲ ਦੇ ਵਿੱਚ ਸਾਡਾ ਜੀਵਨ ਆ। ਕੋਈ ਵੀ ਚੀਜ਼ ਸਾਡੇ ਜੀਵਨ ਦੇ ਵਿੱਚ ਜਿਹੜੀ ਘਾਟ ਆ ਉਹਦੇ ਵਿੱਚੋਂ ਵੀ ਪਰਮੇਸ਼ਰ ਦੇ ਨਾਂ ਨੂੰ ਜਲਾ ਲਾਉਣਾ। ਵੈਰੀ ਚਾਹੁੰਦਾ ਨਹੀਂ ਕਿ ਅਸੀਂ ਪਰਮੇਸ਼ਰ ਦੀ ਵਡਿਆਈ ਕਰੀਏ, ਤਾਂ ਹੀ ਉਹ ਸਾਡੀਆਂ ਕਮਜ਼ੋਰੀਆਂ ਦੇ ਵਿੱਚ ਸਾਡੇ ਤੇ ਆਪਣਾ ਭੇਦ ਖੋਲਦਾ ਆ। ਉਹ ਸਾਨੂੰ ਗਿਲਟੀ ਫੀਲ ਕਰਾਉਣ ਦੀ ਕੋਸ਼ਿਸ਼ ਕਰਦਾ, ਉਹ ਸਾਨੂੰ ਡਾਊਨ ਕਰਨ ਦੀ ਕੋਸ਼ਿਸ਼ ਕਰਦਾ। ਪਰ ਮੈਂ ਪਰਮੇਸ਼ਰ ਦਾ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ ਜਿਹਨੇ ਯਿਸੂ ਮਸੀਹ ਨੂੰ ਭੇਜਿਆ ਮੇਰੀ ਖਾਤਰ ਤੇ ਤੁਹਾਡੀ ਖਾਤਰ, ਜਿਹਦੇ ਵਿੱਚ ਸਾਡੀਆਂ ਸਾਰੀਆਂ ਕਮੀਆਂ ਕਮਜ਼ੋਰੀਆਂ ਬਿਮਾਰੀਆਂ ਦਾ ਇਲਾਜ ਦੀ ਕੀਮਤ ਸਾਰੀ ਯਿਸੂ ਮਸੀਹ ਨੇ ਪੇ ਕਰ ਦਿੱਤੀ। ਯੈਸ, ਦੈਟਸ ਰਾਈਟ। ਇਸ ਕਰਕੇ ਆਪਾਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਧੰਨਵਾਦ ਕਰਦੇ ਹਾਂ ਇਸ ਨਵੇਂ ਦਿਨ ਵਾਸਤੇ, ਕਿਉਂਕਿ ਸਾਡੇ ਜੀਵਨ ਜਿਹੜੇ ਆ ਉਹ ਪਰਮੇਸ਼ਰ ਦੇ ਹੱਥ ਵਿੱਚ। ਵੈਰੀ ਚਾਹੁੰਦਾ ਆ ਕਿ ਉਹਦੇ ਲੋਕ ਡਿੱਗ ਸਕਣ, ਵੈਰੀ ਚਾਹੁੰਦਾ ਆ ਕਿ ਸੱਚਮੁੱਚ ਪਰਮੇਸ਼ਰ ਦੇ ਜਿਹੜੇ ਵਚਨ ਆ ਲੋਕਾਂ ਤੱਕ ਨਾ ਪਹੁੰਚ ਸਕਣ। ਪਰ ਮੈਂ ਪਰਮੇਸ਼ਰ ਜੀ ਦਾ ਧੰਨਵਾਦ ਕਰਦੀ ਹਾਂ ਕਿ ਉਹ ਹਮੇਸ਼ਾ ਆਪਣੇ ਲੋਕਾਂ ਨੂੰ ਪਿਆਰ ਕਰਦਾ ਆ। ਤੇ ਇਸ ਕਰਕੇ ਉਹ ਬਚਨਾਂ ਦੇ ਵਿੱਚ ਜਿਹੜੀ ਸ਼ਕਤੀ ਆ, ਬਚਨਾਂ ਦੇ ਵਿੱਚ ਜਿਹੜਾ ਬਲ ਆ, ਜ਼ੋਰ ਆ, ਉਹਦਾ ਭੇਦ ਉਹਨਾਂ ਤੇ ਨਹੀਂ ਖੋਲਣਾ ਚਾਹੁੰਦਾ। ਪਰ ਪ੍ਰਭੂ ਕਹਿੰਦਾ ਮੈਂ ਉਹਨਾਂ ਲਈ ਰਾਹ ਬਣਾ ਦਿੰਦਾ ਆ। ਤੇ ਹੋਲੀ ਸਪਿਰਿਟ ਆਪਣਾ ਮਦਦਗਾਰ ਵਾ। ਜਿੰਨੇ ਵੀ ਇਸ ਵੇਲੇ ਸਾਡੇ ਨਾਲ ਜੁੜੇ ਆ, ਮੈਂ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਤੇ ਸ਼ੁਕਰ ਕਰਦੀ ਹਾਂ ਤੇ ਵੈਲਕਮ ਕਰਦੇ ਹਾਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਿਤਾ ਦੀ ਹਜ਼ੂਰੀ ਦੇ ਵਿੱਚ। ਜਿੱਥੇ ਵੀ ਤੁਸੀਂ ਹੈਗੇ ਆ, ਪਰਮੇਸ਼ਰ ਦਾ ਆਤਮਾ ਅੱਜ ਤੁਹਾਡੇ ਨਾਲ ਵਾ। ਆਮੀਨ। ਪਰਮੇਸ਼ਰ ਦੀ ਹਜ਼ੂਰੀ ਤੁਹਾਡੇ ਨਾਲ ਵਾ, ਕਿਉਂਕਿ ਉਹਨਾਂ ਦਾ ਵਾਅਦਾ ਆ ਕਿ ਜਿੱਥੇ ਵੀ ਤੁਸੀਂ ਹੈਗੇ ਮੈਂ ਕਦੀ ਵੀ ਤੁਹਾਨੂੰ ਇਕੱਲੇ ਨਹੀਂ ਛੱਡਦਾ। ਪਰ ਇੱਕ ਚੀਜ਼ ਹੋਰ ਹੈਗੀ ਆ, ਉਹ ਥੋੜੀ ਖਤਰੇ ਵਾਲੀ ਆ ਕਿ ਅਸੀਂ ਉਹਨੂੰ ਛੱਡ ਕੇ ਇੱਧਰ ਉੱਧਰ ਨੱਠ ਭੱਜ ਸਕਦੇ ਹਾਂ। ਪਰ ਤੁਸੀਂ ਆਓ, ਆਪਣੇ ਸਾਰੇ ਕੰਮਾਂ ਤੋਂ ਵੇਲ ਕੱਢ ਕੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬੈਠੋ, ਤਾਂ ਕਿ ਤੁਹਾਨੂੰ ਪਰਮੇਸ਼ਰ ਅੱਜ ਸ਼ਾਂਤੀ ਨਾਲ, ਬਲ ਨਾਲ ਤੇ ਉਹਦੀਆਂ ਬਲੈਸਿੰਗਸ ਦੇ ਨਾਲ ਭਰ ਸਕੇ। ਜੋ ਵੀ ਅੱਜ ਆਪਾਂ ਬਚਨ ਬੋਲਣਾ ਆ ਉਹ ਤੁਸੀਂ ਧਿਆਨ ਨਾਲ ਸੁਣ ਸਕੋ। ਤੇ ਦੂਸਰੀ ਮੇਰੀ ਰਿਕੁਐਸਟ ਆ ਕਿ ਜਿਹੜਾ ਲਿੰਕ ਆ ਤੁਸੀਂ ਉਹ ਦੂਜਿਆਂ ਨਾਲ ਸ਼ੇਅਰ ਕਰੋ, ਜਿਨ੍ਹਾਂ ਨੂੰ ਤੁਸੀਂ ਜਾਣਦੇ ਆ, ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਆ ਕਿ ਬਲੈਸ ਕਰੀਏ। ਕਿਉਂਕਿ ਜਦੋਂ ਤੁਸੀਂ ਸ਼ੇਅਰ ਕਰਦੇ ਤੁਸੀਂ ਉਹਨਾਂ ਨੂੰ ਬਲੈਸਿੰਗ ਭੇਜਦੇ। ਦੈਟਸ ਰਾਈਟ। ਸੋ ਇਹ ਆਪਣਾ ਕੰਮ ਜਿਹੜਾ ਇਕੱਠਿਆਂ ਦਾ ਆ, ਇੱਕ ਇਨਸਾਨ ਦਾ ਕੰਮ ਨਹੀਂ। ਆਪਾਂ ਕਿਸੇ ਇਨਸਾਨ ਲਈ ਇਹ ਸਾਰਾ ਕੁਝ ਨਹੀਂ ਕਰ ਰਹੇ। ਆਪਾਂ ਆਪਣੇ ਪਿਤਾ ਨੇ ਜਿਸ ਕਰਕੇ ਆਹ ਜੀਵਨ ਸਾਨੂੰ ਦਿੱਤਾ ਆ, ਉਹਦੇ ਵਿੱਚ ਇੱਕ ਕੰਮ ਭੇਜਿਆ ਆ ਜਿਹੜਾ ਵੈਰੀ ਨੇ ਸਾਡੇ ਜੀਵਨ ਨੂੰ ਪਿਤਾ ਪਰਮੇਸ਼ਰ ਤੋਂ ਅਲੱਗ ਕਰ ਦਿੱਤਾ ਸੀ, ਸਾਡੇ ਵਿੱਚ ਜੁਦਾਈ ਪਾ ਦਿੱਤੀ ਸੀ। ਪਰ ਯਿਸੂ ਮਸੀਹ ਨੇ ਉਹ ਜੁਦਾਈ ਜਿਹੜੀ ਆ ਉਹ ਸਾਨੂੰ ਮੋੜ ਕੇ ਦਿੱਤੀ ਆ। ਤੇ ਉਹੋ ਹੀ ਵਚਨ ਅਸੀਂ ਅੱਜ ਦੂਜਿਆਂ ਨਾਲ ਵੰਡਣਾ ਆ, ਤਾਂ ਕਿ ਸਾਡਾ ਟੁੱਟਾ ਹੋਇਆ ਰਿਸ਼ਤਾ ਪਿਤਾ ਪਰਮੇਸ਼ਰ ਨਾਲ ਜੁੜ ਸਕੇ। ਤੇ ਸਾਨੂੰ ਬਚਨਾਂ ਦੇ ਰਾਹੀਂ ਪਤਾ ਲੱਗਦਾ ਆ, ਬਚਨਾਂ ਦੇ ਵਿੱਚ ਉਹਦੀ ਸ਼ਕਤੀ ਆ, ਬਚਨਾਂ ਦੇ ਵਿੱਚ ਨੌਲੇਜ ਆ, ਬਚਨਾਂ ਦੇ ਵਿੱਚ ਸ਼ਿਫਾ ਆ, ਬਚਨਾਂ ਦੇ ਵਿੱਚ ਬੁੱਧ ਤੇ ਅਕਲ ਆ। ਸੋ ਉਹਦਾ ਹੀ ਆਪਾਂ ਪ੍ਰਚਾਰ ਕਰਦੇ, ਉਹਦਾ ਹੀ ਤੁਸੀਂ ਪ੍ਰਚਾਰ ਕਰਨਾ ਹੈ ਜਦੋਂ ਤੁਸੀਂ ਦੂਜਿਆਂ ਨਾਲ ਇਹ ਲਿੰਕ ਸ਼ੇਅਰ ਕਰਦੇ ਹੋ। ਸੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਪ੍ਰਭੂ ਤੁਹਾਨੂੰ ਹੋਰ ਬਲੈਸ ਕਰੇ ਤੇ ਇਸ ਲਿੰਕ ਨੂੰ ਜਿੰਨਾ ਤੁਸੀਂ ਹੋ ਸਕੇ ਸ਼ੇਅਰ ਕਰੋ। ਤੇ ਦੂਸਰੀ ਚੀਜ਼ ਮੈਂ ਵੀ ਕਹਿੰਦੀ ਆ ਕਿ ਜਿਹੜੇ ਆਪਣੇ ਆਪ ਨੂੰ ਮਸੀਹ ਭੈਣ ਭਰਾ ਕਹਿੰਦੇ ਆ, ਉਹ ਇਹ ਨਾ ਸੋਚਣ ਕਿ ਇਹ ਬਚਨ ਅਸੀਂ ਅੱਗੇ ਸੁਣਿਆ ਆ ਜਾਂ ਅਸੀਂ ਜਾਣਦੇ ਆ। ਰੋਟੀ ਵੀ ਤੁਸੀਂ ਰੋਜ਼ ਕਣਕ ਦੀ ਰੋਟੀ ਖਾਂਦੇ, ਚਾਹੇ ਉਹ ਪੀਜ਼ਾ ਹੋਵੇ ਚਾਹੇ ਕੁਛ, ਪਰ ਕਣਕ ਹੀ ਖਾਂਦੇ ਆ। ਪ੍ਰਭੂ ਦਾ ਵਚਨ ਵੀ ਰੋਜ਼ ਭਾਵੇਂ ਅਸੀਂ ਜਾਣਦੇ ਆ ਜਾਂ ਸੁਣਦੇ ਆ, ਪਰ ਸਾਡੇ ਲਈ ਇੱਕ ਤਾਜ਼ਗੀ ਲੈ ਕੇ ਆਉਂਦਾ। ਜਿੱਦਾਂ ਅਸੀਂ ਜੇ ਖਾਣਾ ਨਹੀਂ ਖਾਂਦੇ ਸਾਡਾ ਸਰੀਰ ਕਮਜ਼ੋਰ ਹੋ ਜਾਂਦਾ ਆ, ਤੇ ਜੇ ਵਚਨ ਨਾ ਖਾਧਾ ਤੇ ਤੁਹਾਡੀ ਆਤਮਾ ਨੇ ਕਮਜ਼ੋਰ ਹੋ ਜਾਣਾ ਹੈ। ਸੋ ਆਪਾਂ ਨੂੰ ਵਚਨ ਰੋਜ਼ ਦੀ ਰੋਜ਼ ਪਰਮੇਸ਼ਰ ਦਾ ਖਾਣਾ ਜਿਹੜਾ ਤਾਜ਼ਾ ਆ ਤੇ ਰੋਜ਼ ਹੀ ਖਾਣ ਦੀ ਲੋੜ ਆ। ਸੋ ਆਜੋ ਆਪਾਂ ਹੁਣ ਪ੍ਰਭੂ ਦੇ ਵਚਨ ਵੱਲ ਨੂੰ ਜਾਂਦੇ ਆ ਤੇ ਪ੍ਰਭੂ ਦਾ ਵਚਨ ਦੇਖਦੇ ਆ ਕਿ ਕੀ ਕਹਿੰਦਾ ਆ। ਲੂਕਾ ਜਿਹੜਾ
ਪੰਜਾਬੀ ਦੇ ਵਿੱਚ ਲੂਕਾ ਕਹਿੰਦੇ ਆ, ਪਰ ਇੰਗਲਿਸ਼ ਦੇ ਵਿੱਚ ਲੂਕ ਕਹਿੰਦੇ। ਨਿਊ ਟੈਸਟਮੈਂਟ ਦੇ ਵਿੱਚ ਨਵੇਂ ਨੇਮ ਦੇ ਵਿੱਚ ਆ ਇਹ ਬੁੱਕ। That's right. ਤੇ ਉਹਦਾ 10ਵਾਂ ਚੈਪਟਰ 17 ਆਇਤ ਤੋਂ ਲੈ ਕੇ ਆਪਾਂ 23 ਆਇਤ ਤੱਕ ਪੜ੍ਹਦੇ ਹਾਂ, ਠੀਕ ਆ। ਚੈਪਟਰ 10 verse 17 until verse 23। ਸੋ ਸਾਰੇ ਜਣੇ ਤੁਸੀਂ ਧਿਆਨ ਨਾਲ ਸੁਣਿਓ ਤੇ ਜੇ ਬੁੱਕ ਬਾਈਬਲ ਹੈਗੀ ਪੜ੍ਹ ਸਕਦੇ ਆ, ਜੇ ਨਹੀਂ ਹੈਗੀ ਤਾਂ ਤੁਸੀਂ ਲਿਖ ਵੀ ਸਕਦੇ ਆ। ਪਰ ਪਰਮੇਸ਼ਰ ਦੀ ਕਿਰਪਾ ਆ ਕਿ ਉਹਨੇ 2 ਕੰਨ ਦਿੱਤੇ, ਆਪਾਂ ਸੁਣਨਾ ਵੀ ਜ਼ਰੂਰੀ ਆ। ਆਮੇਨ। Amen. ਹਾਂਜੀ, ਲੂਕਾ ਦੇ ਵਿੱਚੋਂ 10ਵਾਂ ਚੈਪਟਰ 17ਵੀਂ ਆਇਤ ਤੋਂ ਮੈਂ ਪੜ੍ਹਨ ਲੱਗੀ ਹਾਂ। ਇੱਥੇ ਇੱਦਾਂ ਲਿਖਿਆ, ਉਹ 70 ਆਨੰਦ ਨਾਲ ਮੁੜੇ ਔਰ ਬੋਲੇ ਕਿ ਪ੍ਰਭੂ ਜੀ ਤੇਰੇ ਨਾਮ ਕਰਕੇ ਭੂਤ ਵੀ ਸਾਡੇ ਵੱਸ ਵਿੱਚ ਹਨ। ਉਸਨੇ ਉਹਨਾਂ ਨੂੰ ਆਖਿਆ, ਮੈਂ ਸ਼ੈਤਾਨ ਨੂੰ ਬਿਜਲੀ ਵਾਂਗ ਆਕਾਸ਼ ਤੋਂ ਡਿੱਗਿਆ ਹੋਇਆ ਡਿੱਠਾ। ਵੇਖੋ, ਮੈਂ ਤੁਹਾਨੂੰ ਸੱਪਾਂ ਅਤੇ ਠੂਹਿਆਂ ਦੇ ਲਿਤਾੜਨ ਦਾ ਔਰ ਵੈਰੀ ਦੀ ਸਾਰੀ ਸ਼ਕਤੀ ਉੱਤੇ ਇਖਤਿਆਰ ਦਿੱਤਾ ਹੈ। ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ, ਪਰ ਇਸ ਤੋਂ ਆਨੰਦ ਨਾ ਹੋਵੋ ਕਿ ਰੂਹਾਂ ਤੁਹਾਡੇ ਵੱਸ ਵਿੱਚ ਹਨ, ਪਰ ਇਸ ਤੋਂ ਆਨੰਦ ਹੋਵੋ ਕਿ ਤੁਹਾਡੇ ਨਾਂ ਸਵਰਗਾਂ ਦੇ ਵਿੱਚ ਲਿਖੇ ਹੋਏ ਹਨ। ਉਸੇ ਘੜੀ ਉਹ ਪਵਿੱਤਰ ਆਤਮਾ ਵਿੱਚ ਬਹੁਤ ਮਗਨ ਹੋ ਕੇ ਬੋਲਿਆ, ਹੇ ਪਿਤਾ, ਆਕਾਸ਼ ਅਤੇ ਧਰਤੀ ਦੇ ਮਾਲਕ, ਮੈਂ ਤੇਰਾ ਧੰਨਵਾਦ ਕਰਦਾ ਹਾਂ ਜੋ ਤੈਂ ਇਹਨਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਲੁਕੋਇਆ ਔਰ ਉਹਨਾਂ ਨੂੰ ਨਿਆਣਿਆਂ ਉੱਤੇ ਪ੍ਰਗਟ ਕੀਤਾ। That's right. ਹਾਂ ਪਿਤਾ, ਕਿਉਂ ਜੋ ਇਹੋ ਤੈਨੂੰ ਚੰਗਾ ਲੱਗਾ। That's right. Amen. ਸਭ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੋਇਆ ਹੈ ਅਤੇ ਕੋਈ ਨਹੀਂ ਜਾਣਦਾ ਕਿ ਪੁੱਤਰ ਕੌਣ ਹੈ, ਪਰ ਪਿਤਾ ਕੌਣ ਹੈ, ਪਰ ਪੁੱਤਰ ਅਤੇ ਉਹ ਜਿਸ ਉੱਤੇ ਪੁੱਤਰ ਉਸ ਨੂੰ ਪ੍ਰਗਟ ਕਰਨਾ ਚਾਹੇ। ਅਤੇ ਉਸਦੇ ਚੇਲਿਆਂ ਦੀ ਵੱਲ ਮੁੜ ਕੇ ਨਿਰਾਲੇ ਵਿੱਚ ਕਿਹਾ ਕਿ ਧੰਨੋ ਅੱਖੀਆਂ ਜਿਹੜੀਆਂ ਇਹ ਵੇਖਦੀਆਂ ਹਨ ਜੋ ਤੁਸੀਂ ਵੇਖਦੇ ਹੋ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਬਹੁਤੀਆਂ ਆਪਾਂ 23 ਤੱਕ ਹੀ ਪੜਾਂਗੇ। ਪ੍ਰਭੂ ਤੁਹਾਨੂੰ ਇਸ ਬਚਨ ਨੂੰ ਬਰਕਤ ਦੇਵੇ। ਤੇ ਅੱਜ ਆਪਾਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਪਣੇ ਆਪ ਨੂੰ ਨੀਵਾਂ ਕਰਦੇ ਆ ਤੇ ਉਹਦੇ ਕੋਲੋਂ ਉਹਦੀ ਕਿਰਪਾ ਵਾਸਤੇ ਧੰਨਵਾਦ ਵੀ ਕਰਦੇ ਤੇ ਬਚਨ ਲਈ ਕਿਰਪਾ ਮੰਗਦੇ ਕਿ ਅਸੀਂ ਉਹਦੇ ਬਚਨ ਨੂੰ ਸਮਝ ਸਕੀਏ। Amen. ਸੱਚੇ ਪਿਤਾ ਪਰਮੇਸ਼ਰ ਜੀ, ਅਸੀਂ ਤੁਹਾਡਾ ਬਹੁਤ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਹਾਂ ਕਿ ਤੁਸੀਂ ਸਾਨੂੰ ਇਸ ਦੁਨੀਆ ਦੇ ਵਿੱਚ ਅਨਾਥ ਛੱਡ ਕੇ ਨਹੀਂ ਗਏ, ਪਰ ਤੁਸੀਂ ਪਵਿੱਤਰ ਆਤਮਾ ਸਾਡੇ ਲਈ ਭੇਜਿਆ ਤੇ ਸਾਡੇ ਵਾਸਤੇ ਬਚਨ ਵੀ ਰੱਖ ਕੇ ਗਏ, ਜਿਨ੍ਹਾਂ ਦੇ ਰਾਹੀਂ ਅਸੀਂ ਤੁਹਾਡੇ ਰਾਹਾਂ ਨੂੰ ਜਾਣ ਸਕਦੇ ਹਾਂ, ਤੁਹਾਡੀ ਮਰਜ਼ੀ ਨੂੰ ਪਛਾਣ ਸਕਦੇ ਹਾਂ। ਸੋ ਪਿਤਾ ਪ੍ਰਭੂ ਜੀ, ਅਸੀਂ ਅੱਜ ਤੁਹਾਡੇ ਕੋਲੋਂ ਮੰਗਦੇ ਹਾਂ ਕਿ ਜਿੰਨੇ ਵੀ ਸਾਡੇ ਭੈਣ ਭਰਾ, ਨੌਜਵਾਨ, ਬੱਚੇ, ਜਿੰਨੇ ਬਜ਼ੁਰਗ, ਜਿੰਨੇ ਵੀ ਇਸ ਲਿੰਕ ਦੇ ਵਿੱਚ ਦੇਖ ਰਹੇ, ਇਸ ਟਾਈਮ ਦੇਖ ਰਹੇ ਆ, ਪ੍ਰਭੂ ਜੀ ਤੁਸੀਂ ਉਹਨਾਂ ਦੀ ਮਦਦ ਕਰਨੀ ਔਰ ਸਾਡੀ ਵੀ ਮਦਦ ਕਰਨੀ, ਔਰ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਨ੍ਹਾਂ ਨੇ ਇਹ ਵਚਨ ਸੁਣਨਾ ਆ, ਪ੍ਰਭੂ ਇਹ ਵਚਨ ਦੇ ਨਾਲ ਉਹਨਾਂ ਦੇ ਜੀਵਨ ਬਦਲ ਜਾਣ। ਕਿਉਂਕਿ ਪਿਤਾ ਪਰਮੇਸ਼ਰ ਜੀ, ਸੱਚਮੁੱਚ ਜਿਹੜਾ ਤੁਹਾਡੇ ਵਚਨਾਂ ਤੇ ਅਮਲ ਕਰਦਾ ਹੈ, ਸੁਣਦਾ ਆ, ਤੇ ਉਹਨਾਂ ਦੇ ਸੱਚਮੁੱਚ ਜਦੋਂ ਅਸੀਂ ਅਮਲ ਕਰਦੇ ਹਾਂ ਤੇ ਸਾਡੇ ਜੀਵਨ ਬਦਲ ਜਾਂਦੇ ਆ। ਕਿਉਂਕਿ ਤੁਹਾਡਾ ਵਚਨ ਸ਼ਕਤੀ ਰੱਖਦਾ ਹੈ ਸਾਨੂੰ ਮੁਰਦਿਆਂ ਨੂੰ ਜੀਂਦੇ ਰੱਖਣ ਦੀ, ਸਾਡੇ ਪਾਪਾਂ ਨੂੰ ਮਾਫ ਕਰਨ ਦੀ, ਸਾਨੂੰ ਭੇਦ ਦੀਆਂ ਗੱਲਾਂ ਸਿਖਾਉਂਦਾ ਹੈ ਤੁਹਾਡਾ ਵਚਨ। ਸੋ ਮੈਂ ਸਾਰਾ ਕੁਝ ਅੱਜ ਯਿਸੂ ਮਸੀਹ ਦੇ ਪਿਆਰੇ ਤੇ ਇਕਲੌਤੇ ਪੁੱਤਰ ਦੇ ਨਾਂ ਦੇ ਵਿੱਚ ਮੰਗਦੀ ਹਾਂ ਕਿ ਜਦੋਂ ਅਸੀਂ ਅੱਜ ਇਕੱਠੇ ਹੋ ਕੇ ਤੁਹਾਡੇ ਵਚਨ ਨੂੰ ਦੇਖਦੇ ਹਾਂ, ਸਾਡੇ ਉੱਤੇ ਵੀ ਆਪਣਾ ਉਹ ਭੇਦ ਖੇਲੋ ਜੋ ਇਨਸਾਨ ਦੀ ਸਮਝ ਤੋਂ ਪਰੇ ਆ, ਪਰ ਪਵਿੱਤਰ ਆਤਮਾ ਦੀ ਸਮਝ ਦੇ ਨਾਲ ਅਸੀਂ ਉਹਨੂੰ ਸਮਝ ਸਕਦੇ ਹਾਂ। ਸੋ ਅਸੀਂ ਤੁਹਾਡੀ ਕਿਰਪਾ ਮੰਗਦੇ ਹਾਂ ਔਰ ਕੋਈ ਵੀ ਡਿਸਟਰਬੈਂਸ ਇਸ ਮੀਟਿੰਗ ਵਿੱਚ ਨਾ ਹੋਵੇ ਪ੍ਰਭੂ, ਪਰ ਸਾਰਾ ਜਲਾਲ ਸਾਡੇ ਪਿਤਾ ਪਰਮੇਸ਼ਰ ਨੂੰ, ਯਿਸੂ ਮਸੀਹ ਨੂੰ ਆਵੇ। ਤੇ ਅਸੀਂ ਤੁਹਾਡਾ ਬਹੁਤ ਵੈਲਕਮ ਕਰਦੇ ਹਾਂ ਯਿਸੂ ਮਸੀਹ ਦੇ ਮਿੱਠੇ ਤੇ ਜਲਾਲੀ ਨਾਂ ਦੇ ਵਿੱਚ। ਆਮੇਨ। Amen. Amen. Hallelujah. ਹੁਣ ਆਪਾਂ ਬਾਕੀ ਦਾ ਟਾਈਮ ਪਾਸਟਰ ਜੀ ਨੂੰ ਦਿੰਨੇ, ਦੇਖਦੇ ਆ ਪ੍ਰਭੂ ਦਾ ਵਚਨ ਅੱਜ ਕੀ ਕਹਿੰਦਾ ਆਪਾਂ ਨੂੰ। ਸੋ ਪ੍ਰਭੂ ਦੀ ਵਡਿਆਈ ਹੋਵੇ। Praise the Lord. ਆਮੇਨ। ਬਹੁਤ ਖੁਸ਼ੀ ਹੈ ਇੱਕ ਵਾਰੀ ਫੇਰ ਆਪਾਂ ਬਚਨ ਦੇ ਵਿੱਚ ਇੱਕ ਸਾਦੇ ਬਚਨ ਆਪਣਾ ਖਾਣਾ ਆ ਰੂਹ ਵਾਸਤੇ। ਇਹ ਤੋਂ ਆਪਾਂ ਚੀਜ਼ਾਂ ਸਿੱਖਦੇ ਆ
ਤੇ ਫਿਰ ਆਪਾਂ ਆਪਣੇ ਜੀਵਨ ਦੇ ਵਿੱਚ ਵਰਤ ਸਕਦੇ ਹਾਂ। ਜੇ ਸਾਨੂੰ ਪਤਾ ਨਹੀਂ ਬਚਨ ਵਿੱਚ ਕੀ ਲਿਖਿਆ ਆ ਤੇ ਅਸੀਂ ਤਿਆਰ ਨਹੀਂ ਹੈਗੇ, ਜਦੋਂ ਬੈਰੀ ਆਉਂਦਾ ਆ ਤੇ ਅਸੀਂ ਹਰਾਏ ਜਾਂਦੇ ਹਾਂ। ਇਸ ਕਰਕੇ ਬਹੁਤ ਇੰਪੋਰਟੈਂਟ ਆ, ਬਹੁਤ ਖਾਸ ਆ, ਅਸੀਂ ਹਰ ਵੇਲੇ ਬਚਨ ਦੇ ਵਿੱਚ ਦੇਖਦੇ ਰਹੀਏ, ਉਹਨੂੰ ਸਟੱਡੀ ਕਰਦੇ ਰਹੀਏ ਤਾਂ ਪ੍ਰਭੂ ਦੀ ਬਰਕਤ ਪਾਉਂਦੇ ਰਹੀਏ। ਸੋ ਬਹੁਤ ਖੁਸ਼ੀ ਆ ਫਰਾਈਡੇ ਵਾਲੇ ਦਿਨ ਜਦੋਂ ਆਪਾਂ ਬਾਈਬਲ ਸਟੱਡੀ ਕਰਦੇ ਹਾਂ, ਜਦੋਂ ਅਸੀਂ ਬਚਨ ਦੇ ਬਾਰੇ ਸਿੱਖਦੇ ਹਾਂ ਤੇ ਆਪਾਂ ਪ੍ਰਭੂ ਦੇ ਵਿੱਚ ਵੱਧ ਸਕਦੇ ਹਾਂ। ਸੋ ਜ਼ਰੂਰ ਇਹਦੇ ਨਾਲ ਟਾਈਮ ਸਪੈਂਡ ਕਰਨਾ। ਜੇ ਪਹਿਲੀ ਵਾਰੀ ਨਹੀਂ ਸਮਝ ਲੱਗਾ, ਮੁੜ ਕੇ ਫੇਰ ਇਹਨੂੰ ਸਿੱਖ ਲੈਣਾ, ਮੁੜ ਕੇ ਫੇਰ ਸੁਣ ਲੈਣਾ। ਜਿੰਨੀ ਵਾਰੀ ਵੀ ਸੁਣਨਾ ਪਵੇ, ਥੋੜੀ ਵਾਰੀ ਆ ਕਰਕੇ। ਮੈਂ ਇੱਕ ਵਾਰੀ ਸੁਣਿਆ ਸੀਗਾ, ਉਹ ਕਹਿੰਦੇ ਸੀ ਵੀ ਜੇ ਅਸੀਂ ਆਪ ਚੀਜ਼ ਸਟੱਡੀ ਕਰਦੇ, ਆਪ ਪੜ੍ਹਦੇ ਹਾਂ ਤੇ ਫਿਰ ਕਈ ਵਾਰੀ 2-3 ਵਾਰੀ ਕਰੀਤੇ ਤੇ ਅਸੀਂ ਸਮਝ ਜਾਂਦੇ ਹਾਂ। ਪਰ ਜੇ ਸਾਨੂੰ ਸੁਣ ਕੇ ਅਸੀਂ ਉਸ ਚੀਜ਼ ਨੂੰ ਪਾਉਣਾ ਆ, ਫਿਰ ਕਈ ਵਾਰੀ 15 ਟਾਈਮ ਵੀ ਸਾਨੂੰ ਸੁਣਨਾ ਪੈਂਦਾ ਆ, ਫਿਰ ਸਾਡੇ ਅੰਦਰ ਬਹਿਣ ਲੱਗਦਾ ਹੈ। ਸੋ ਜਿੰਨੀ ਵਾਰੀ ਵੀ ਤੁਹਾਨੂੰ ਲੋੜ ਆ, ਤੁਸੀਂ ਮੁੜ ਕੇ ਸੁਣਿਓ ਤੇ ਤੁਹਾਡੀ ਇਹਦੇ ਵਿੱਚ ਮਦਦ ਹੋਊਗੀ ਤੇ ਪ੍ਰਭੂ ਤੁਹਾਡੇ ਨਾਲ ਫੇਰ ਉਹ ਆਤਮਾ ਹਰੇਕ ਵਾਰੀ ਗੱਲ ਕਰੂਗਾ ਜਦੋਂ ਤੁਸੀਂ ਸੁਣਿਆ। ਆਮੇਨ। ਤੇ ਫਿਰ ਤੁਹਾਡੇ ਵਿੱਚ ਤੁਸੀਂ ਵੱਧ ਸਕਦੇ ਹੋ ਤੇ ਜਿਹੜੇ ਮੁਸੀਬਤਾਂ ਜੀਵਨ ਦੇ ਵਿੱਚ ਆਉਂਦੀਆਂ ਅਸੀਂ ਫਿਰ ਉਹਨਾਂ ਦੇ ਵਿੱਚ ਫਤਿਹ ਪਾ ਸਕਦੇ ਹਾਂ। ਆਮੇਨ। ਅੱਜ ਜੋ ਆਪਾਂ ਦੇਖਣ ਲੱਗੇ ਹਾਂ, ਲੂਕਾ ਦੀ ਕਿਤਾਬ ਦੇ ਵਿੱਚੋਂ ਆਪਾਂ ਦੇਖਿਆ ਪੜ੍ਹ ਕੇ ਵੀ ਇਹਦੇ ਵਿੱਚ ਆਪਾਂ ਨੂੰ ਬਹੁਤ ਸਾਫ਼ ਤਰ੍ਹਾਂ ਬਾਈਬਲ ਦੱਸਦੀ ਆ, ਯਿਸੂ ਮਸੀਹ ਦੱਸਦਾ ਆ। ਇਹ ਕਹਾਣੀ ਉਦੋਂ ਦੀ ਆ ਜਦੋਂ ਯਿਸੂ ਮਸੀਹ ਨੇ 2-2 ਕਰਕੇ ਚੇਲੇ, 72 ਚੇਲੇ ਉਹਨੇ ਭੇਜੇ ਸੀਗੇ ਪਿੰਡਾਂ ਦੇ ਵਿੱਚ। ਉੱਥੇ ਯਿਸੂ ਮਸੀਹ ਨੇ ਆਪ ਜਾਣਾ ਸੀਗਾ, ਪਰ ਉਹਨੇ ਚੇਲਿਆਂ ਨੂੰ ਪਹਿਲਾਂ ਭੇਜਿਆ। ਕਹਿੰਦਾ ਜਾਓ, ਜਾ ਕੇ ਉੱਥੇ ਖੁਸ਼ਖਬਰੀ ਸੁਣਾਓ। ਤੇ ਉਹਨਾਂ ਨੂੰ 3 ਚੀਜ਼ਾਂ ਉਹਨੇ ਰੀਲੀ ਕਰਨ ਨੂੰ ਕਹੀਆਂ ਸੀਗੀਆਂ। ਉਹ ਕੀ ਸੀਗਾ? ਕਹਿੰਦਾ ਖੁਸ਼ਖਬਰੀ ਸੁਣਾਇਓ, ਭੂਤਾਂ ਨੂੰ ਕੱਢਿਓ, ਬਿਮਾਰਾਂ ਵਾਸਤੇ ਪ੍ਰੇ ਕਰਿਓ। ਓਕੇ, ਬਹੁਤ ਵਾਰੀ ਅੱਜ ਕੱਲ੍ਹ ਅਸੀਂ ਇੱਕ ਤੇ ਰਹਿ ਗਏ ਹਾਂ। ਉਹ ਕੀ ਆ? ਖੁਸ਼ਖਬਰੀ ਸੁਣਾਇਓ। ਉਹ ਵੀ ਠੀਕ ਆ, ਪਰ ਜੀਸਸ ਨੇ ਉਹਨਾਂ ਨੂੰ 3 ਚੀਜ਼ਾਂ ਕਰਨ ਨੂੰ ਕਿਹਾ ਸੀ। ਅੱਜ ਕੱਲ੍ਹ ਵੀ ਇਹ ਲਾਜ਼ਮੀ ਆ, 3 ਚੀਜ਼ਾਂ ਸਾਨੂੰ ਪ੍ਰਭੂ ਕਰਨ ਨੂੰ ਕਹਿੰਦਾ ਆ। ਤੇ ਆਪਾਂ ਅੱਜ ਇਹਦੇ ਵਿੱਚੋਂ ਉਹ ਨਹੀਂ ਦੇਖਣਾ ਹੈਗਾ 3 ਚੀਜ਼ਾਂ, ਪਰ ਆਪਾਂ ਇਹ ਦੇਖਣਾ ਆ ਜਦੋਂ ਉਹ ਵਾਪਸ ਆਉਂਦੇ ਆ ਬਹੁਤ ਖੁਸ਼ੀ ਨਾਲ ਭਰੇ ਹੁੰਦੇ ਆ। ਤੇ ਉਹ ਪਿੰਡਾਂ ਦੇ ਵਿੱਚ ਗਏ। ਹੁਣ 6 ਮਹੀਨਿਆਂ ਬਾਅਦ ਬਾਈਬਲ ਸਟੂਡੈਂਟਸ ਦੱਸਦੇ ਆ, ਉਹ ਬਾਅਦ ਜਦੋਂ ਯਿਸੂ ਮਸੀਹ ਦੇ ਕੋਲ ਮੁੜ ਕੇ ਆਉਂਦੇ ਆ ਤੇ ਉਹ ਆ ਕੇ ਆਪਣੀ ਰਿਪੋਰਟ ਦਿੰਦੇ ਆ ਜੀਸਸ ਦੇ ਕੋਲ। ਉਹਨਾਂ ਦੀ ਰਿਪੋਰਟ ਇਹ ਹੁੰਦੀ ਆ, ਉਹ ਕਹਿੰਦੇ ਪ੍ਰਭੂ ਜੀ, ਜਦੋਂ ਅਸੀਂ ਭੂਤਾਂ ਨੂੰ ਵੀ ਹੁਕਮ ਦਿੰਦੇ ਸੀ, ਤੁਹਾਡੇ ਨਾਂ ਦੇ ਵਿੱਚ ਉਹ ਨੱਠ ਜਾਂਦੇ ਸੀ। ਜਦੋਂ ਅਸੀਂ ਭੂਤਾਂ ਨੂੰ ਵੀ ਹੁਕਮ ਦਿੰਦੇ ਸੀ, ਉਹ ਤੁਹਾਡੇ ਨਾਂ ਦੇ ਵਿੱਚ ਉਹ ਨੱਠ ਜਾਂਦੇ ਸੀ। ਇਹ ਬਹੁਤ ਵੱਡੀ ਗੱਲ ਸੀ। ਕਾਹਤੇ ਕਰਕੇ ਉਹਨਾਂ ਦਿਨਾਂ ਦੇ ਵਿੱਚ ਇੱਦਾਂ ਭੂਤ ਨਹੀਂ ਜਾਂਦੇ ਸੀਗੇ ਬਈ ਤੁਸੀਂ ਜੀਸਸ ਦੇ ਨਾਂ ਵਿੱਚ ਹੁਕਮ ਦਿਓ ਤਾਂ ਨੱਠ ਜਾਂਦੇ ਸੀ। ਕਰਕੇ ਉਦੋਂ ਜੀਸਸ ਦਾ ਨਾਂ ਹੈ ਨਹੀਂ ਸੀ, ਹਲੇ ਜੀਸਸ ਆਇਆ ਸੀ। ਪਰ ਜੀਸਸ ਨੇ ਉਹਨਾਂ ਨੂੰ ਕਹਿ ਕੇ ਭੇਜਿਆ ਸੀ ਇਹ। ਪਰ ਕੀ ਸੀਗਾ ਉਹ? ਉੱਥੇ ਮੇਰੇ ਖਿਆਲ 'ਚ ਇੰਡੀਆ ਵਿੱਚ ਵੀ, ਆਪਣੇ ਹੋਰਨਾਂ ਮੁਲਕਾਂ ਵਿੱਚ ਵੀ ਕਈ ਵਾਰੀ ਇੱਦਾਂ ਕੱਢਦੇ ਆ, ਸੰਗਲਾਂ ਨਾਲ ਕੁੱਟਦੇ ਮਾਰਦੇ ਆ ਵਿਚਾਰਿਆਂ ਨੂੰ, ਜਿਨ੍ਹਾਂ ਦੇ ਅੰਦਰ ਭੂਤ ਨੂੰ ਅੱਗੇ ਹੀ ਤੰਗ ਆ, ਹੋਰ ਕੁੱਟਣ ਲੱਗ ਪੈਂਦੇ ਆ। ਸੋ ਇੱਦਾਂ ਦੇ ਬਹੁਤ ਓੜ-ਪੋੜ ਕਰਦੇ ਹੁੰਦੇ ਸੀ। ਪਰ ਹੁਣ ਜੀਸਸ ਨੇ ਉਹਨੂੰ ਇੱਕ ਅਖਤਿਆਰ ਦਿੱਤਾ ਸੀ, ਅਥਾਰਟੀ ਦਿੱਤੀ ਸੀਗੀ। ਆਮੇਨ। ਉਸ ਅਥਾਰਟੀ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਉਹ ਅਥਾਰਟੀ ਸੋਟੀਆਂ ਦੇ ਵਿੱਚ ਨਹੀਂ ਸੀ, ਸੰਗਲਾਂ ਦੇ ਵਿੱਚ ਨਹੀਂ ਸੀ। ਉਹ ਅਥਾਰਟੀ ਯਿਸੂ ਮਸੀਹ ਦੇ ਨਾਂ ਦੇ ਵਿੱਚ ਸੀਗੀ। ਤੇ ਬਹੁਤ ਕਹਿੰਦੇ ਜੀ ਉਹ ਤਾਂ ਜੀ ਜੀਸਸ ਦੇ ਟਾਈਮ ਵਿੱਚ ਸੀਗਾ। ਜੇ ਆਪਾਂ ਸੋਚ ਕੇ ਦੇਖੀਏ, ਜੀਸਸ ਕਹਿੰਦਾ ਮੇਰਾ ਨਾਂ ਲੈ ਕੇ, ਓਕੇ, ਹੁਣ ਉਹਦੇ ਨਾਂ ਦੇ ਵਿੱਚੋਂ ਅਥਾਰਟੀ ਘਟ ਗਈ ਆ, ਹੁਣ ਹੈ ਨਹੀਂ। ਜੋ ਉਹਦੇ ਨਾਂ ਦੀ ਅਥਾਰਟੀ ਵਰਤਦੇ ਸੀਗੇ, ਤੇ ਨਾਂ ਤਾਂ ਆਪਣੇ ਕੋਲ ਹੁਣ ਵੀ ਹੈਗਾ ਆ। ਸੋ ਇਹਦਾ ਮਤਲਬ ਅਥਾਰਟੀ ਹੁਣ ਵੀ ਹੈਗੀ ਆ, ਪਰ ਕਿਹਨਾਂ ਵਾਸਤੇ? ਇਹ ਬਲੀਵਰਾਂ ਵਾਸਤੇ। ਉਹਦੇ ਬਾਰੇ ਵੀ ਆਪਾਂ ਥੋੜ੍ਹੀ ਜਿਹੀ ਗੱਲ ਕਰਾਂਗੇ, ਪਰ ਪਹਿਲਾਂ ਆਪਾਂ ਇਹਦੇ ਵਿੱਚੋਂ ਥੋੜ੍ਹਾ ਜਿਹਾ ਦੇਖਦੇ ਹਾਂ। ਸੋ ਆਉਂਦੇ ਆ, ਪਰ ਜੀਸਸ ਉਹਨਾਂ ਨੂੰ ਇੱਕ ਜਵਾਬ ਦਿੰਦਾ ਆ
ਜਿਹੜਾ ਕਈ ਵਾਰੀ ਅਸੀਂ ਸਮਝਦੇ ਨਹੀਂ ਹੈਗੇ। ਅਸੀਂ ਪੜ੍ਹ ਲੈਂਦੇ ਹਾਂ, ਪਰ ਸਾਨੂੰ ਰੀਅਲੀ ਪਤਾ ਨਹੀਂ ਹੁੰਦਾ ਕੀ ਮਤਲਬ ਹੁੰਦਾ। ਜੀਸਸ ਕਹਿੰਦਾ, I saw Satan fall like lightning from heaven. Behold, I give you authority to trample on serpents, scorpions, and over all the power of the enemy. ਯਿਸੂ ਮਸੀਹ ਕੀ ਕਹਿੰਦਾ? ਕਹਿੰਦਾ ਮੈਂ ਸ਼ੈਤਾਨ ਨੂੰ ਡਿੱਗਦਾ ਦੇਖਿਆ ਸੀਗਾ। ਕਦੋਂ ਡਿੱਗਿਆ ਸੀ ਉਹ? ਜਦੋਂ ਉਹ ਸਵਰਗਾਂ ਦੇ ਵਿੱਚ ਸੀਗਾ ਤੇ ਉਹਨੇ ਪਰਮੇਸ਼ਰ ਦੇ ਖਿਲਾਫ ਕੰਮ ਕਰਨ ਲੱਗ ਪਿਆ, ਉਹਦੇ ਖਿਲਾਫ ਸੋਚਣ ਲੱਗ ਪਿਆ, ਬੋਲਣ ਲੱਗ ਪਿਆ। ਤੇ ਬਾਈਬਲ ਦੇ ਚੋਂ ਆਪਾਂ ਦੱਸਦੇ ਆ, ਮਾਈਕਲ ਨੇ ਉਹਦੇ ਨਾਲ ਲੜਾਈ ਕੀਤੀ ਤੇ ਉਹਨੂੰ ਸਵਰਗਾਂ ਦੇ ਵਿੱਚੋਂ ਕੱਢ ਦਿੱਤਾ। ਤੇ ਜੀਸਸ ਇੱਥੇ ਦੱਸਦਾ, ਗਵਾਹੀ ਦਿੰਦਾ ਆ, ਉਹ ਹੁਣ ਉੱਥੇ ਹੈ ਨਹੀਂ ਗਾ, ਉਹਨੂੰ ਸਿੱਟਿਆ ਗਿਆ। ਉਹਦੀ ਅਥਾਰਟੀ ਜਿਹੜੀ ਸੀਗੀ ਉਹ ਲਈ ਗਈ ਆ। ਉਹ ਜਿਹੜੀ ਅਥਾਰਟੀ ਉਹ ਸਾਡੇ ਕੋਲ ਆ। ਫਿਰ ਜੀਸਸ ਕੀ ਕਹਿੰਦਾ ਸਾਡੇ ਕੋਲ ਕਿੱਦਾਂ ਅਥਾਰਟੀ? ਉਹ ਬਿਹੋਲਡ ਆਈ ਗਿਵ ਯੂ ਅਥਾਰਟੀ। ਕੀ ਕਹਿੰਦਾ? ਉਹ ਆਪ ਸਾਨੂੰ ਅੱਖਰੇ ਬਾਤਾਂ, ਮੈਂ ਤੁਹਾਨੂੰ ਅਖਤਿਆਰ ਦਿੰਦਾ ਆ। ਹੋ ਸਕਦਾ ਇੱਥੇ ਕਈ ਵਾਰੀ ਅਸੀਂ ਅਥਾਰਟੀ, ਅਖਤਿਆਰ, ਇਹਦਾ ਮਤਲਬ ਨਹੀਂ ਜਾਣਦੇ ਹੈਗੇ। ਅਸੀਂ ਕਈਆਂ ਬਾਈਬਲ 'ਚ ਲਿਖਿਆ ਪਾਵਰ, ਓਕੇ, ਸ਼ਕਤੀ, ਪਰ ਅਥਾਰਟੀ ਤੇ ਪਾਵਰ ਥੋੜੀ ਜਿਹੀ ਡਿਫਰੈਂਟ ਆ। ਉਹਦੇ ਵਿੱਚ ਕੀ ਡਿਫਰੈਂਸ ਆ? ਜਿਹੜੀ ਅਥਾਰਟੀ ਹੁੰਦੀ ਆ ਉਹ ਸਾਨੂੰ ਕੋਈ ਦਿੰਦਾ ਆ, ਅਖਤਿਆਰ ਦਿੰਦਾ ਆ ਵੀ ਤੁਸੀਂ ਫਲਾਣੇ ਨੂੰ ਜਾ ਕੇ ਇੱਦਾਂ ਕਿਹੋ ਮੇਰੇ ਨਾਂ ਦੇ ਵਿੱਚ ਤੇ ਉਹ ਕੰਮ ਹੋ ਜਾਊਗਾ। ਜਿੱਦਾਂ ਆਪਾਂ ਕਹਿ ਸਕਦੇ ਹਾਂ, ਬਹੁਤ ਵਧੀਆ ਮੈਂ ਯੂਜ਼ ਕਰਦਾ ਹੁੰਦਾ ਤੇ ਬਹੁਤ ਵਧੀਆ ਸਮਝਾ ਹੋ ਜਾਂਦਾ ਆ। ਜਿਹੜਾ ਪੁਲਿਸਮੈਨ ਆ ਉਹਨੂੰ ਗੌਰਮੈਂਟ ਨੇ ਅਥਾਰਟੀ ਦਿੱਤੀ ਹੋਈ ਆ ਕਾਨੂੰਨ ਰੱਖਣ ਵਾਸਤੇ। ਉਹ ਅਥਾਰਟੀ ਹੋਰ ਨਹੀਂ ਕਿਤੇ ਵਰਤ ਸਕਦਾ ਹੈਗਾ। ਓਕੇ, ਸੋ ਕੀ ਹੋਇਆ? ਜੋ ਰੋਡ ਦੇ ਵਿੱਚ ਜਾਵੇ ਤੇ ਉਹਦੇ ਯੂਨੀਫਾਰਮ ਪਾਈ ਆ, ਆਪਣੀ ਵਰਦੀ ਪਾਈ ਆ, ਤੇ ਉਹ ਜਾ ਕੇ ਹੱਥ ਖੜਾ ਕਰਦਾ ਆ, ਕੀ ਹੋ ਜਾਂਦਾ? ਸਾਰੀਆਂ ਲੌਰੀਆਂ, ਸਾਰੇ ਟ੍ਰੈਫਿਕ ਖੜੀ ਹੋ ਜਾਂਦੀ ਆ। ਉਹਦੇ ਕੋਲ ਪਾਵਰ ਨਹੀਂ ਹੈਗੀ, ਸ਼ਕਤੀ ਨਹੀਂ ਹੈਗੀ ਵੀ ਜਿਹੜੀ 40 ਟਨ ਦੀ ਲਾਰੀ ਆ ਰਹੀ ਆ ਉਹਨੂੰ ਕਿਸੇ ਤਰ੍ਹਾਂ ਸਟਾਪ ਕਰ ਸਕੇ, ਪਰ ਉਹ ਕੋਲ ਅਥਾਰਟੀ ਹੈਗੀ ਆ। ਗੌਰਮੈਂਟ ਨੇ ਉਹਨੂੰ ਅਥਾਰਟੀ ਦਿੱਤੀ ਹੋਈ ਆ। ਜਦੋਂ ਤੂੰ ਹੱਥ ਖੜਾ ਕੀਤਾ ਤੇਰੀ ਵਰਦੀ ਨੂੰ ਦੇਖ ਕੇ, ਤੂੰ ਪੁਲਿਸਮੈਨ ਆ, ਤੇ ਸਾਰੀ ਟ੍ਰੈਫਿਕ ਨੇ ਖੜੀ ਹੋ ਜਾਣਾ। ਓਕੇ, ਯਿਸੂ ਮਸੀਹ ਨੇ ਆਪਣੇ ਬਲੀਵਰਾਂ ਨੂੰ ਅਥਾਰਟੀ ਦਿੱਤੀ ਹੋਈ ਆ। ਕਹਿੰਦਾ ਜਦੋਂ ਤੁਸੀਂ ਮੇਰੇ ਨਾਂ ਦੇ ਵਿੱਚ ਦੁਸ਼ਟ ਆਤਮਾ ਨੂੰ ਹੁਕਮ ਦੇਵੋਗੇ ਤੇ ਉਹਨਾਂ ਨੂੰ ਉੱਥੇ ਹੀ ਥੰਮ ਜਾਣਾ ਪੈਣਾ ਹੈ, ਉੱਥੇ ਹੀ ਠਹਿਰਨਾ ਪੈਣਾ ਹੈ। ਫਿਰ ਉਹ ਕਹਿੰਦਾ ਆ ਬਈ ਤੁਸੀਂ you will trample underfoot scorpions and power, all the power of serpents and scorpions, and over all the power of the enemy. ਕਹਿੰਦਾ ਜਿੰਨੀ ਵੀ ਬੈਰੀ ਦੀ ਸ਼ਕਤੀ ਆ ਤੁਸੀਂ ਸਾਰਿਆਂ ਨੂੰ ਪੈਰਾਂ ਦੇ ਥੱਲੇ ਮਿੱਧੋਗੇ। ਦੇਖੋ ਕਿੰਨੀ ਇਖਤਿਆਰ ਦਿੱਤਾ ਆ ਉਹਨੇ। ਉਹ ਸਾਨੂੰ ਕਿਸੇ ਤਰ੍ਹਾਂ ਕੁਝ ਵੀ ਕਰ ਨਹੀਂ ਸਕਦੇ ਹੈਗੇ। ਕੀ ਕਹਿੰਦਾ? and shall by no means hurt you. ਉਹ ਕਿਸੇ ਤਰ੍ਹਾਂ ਵੀ ਤੁਹਾਨੂੰ ਕੁਝ ਕਰ ਨਹੀਂ ਸਕਦੇ ਹੈਗੇ। ਬਹੁਤ ਬਲੀਵਰਸ ਸ਼ੈਤਾਨ ਤੋਂ ਡਰਦੇ ਆ, ਦੁਸ਼ਟ ਆਤਮਾ ਤੋਂ ਡਰਦੇ ਆ, ਭੂਤਾਂ ਤੋਂ ਡਰਦੇ ਆ। ਕਾਹਤੇ? ਕਰਕੇ ਉਹਨਾਂ ਨੂੰ ਉਹਨਾਂ ਦੀ ਅਥਾਰਟੀ ਦਾ ਨਹੀਂ ਪਤਾ ਹੈਗਾ। ਉਹਨਾਂ ਨੂੰ ਪਤਾ ਨਹੀਂ ਉਹਨਾਂ ਦਾ ਇਖਤਿਆਰ ਕੀ ਆ। ਜਦੋਂ ਅਸੀਂ ਜਾਣਨ ਲੱਗ ਪੈਂਦੇ ਹਾਂ ਸਾਡੀ ਅਥਾਰਟੀ ਕੀ ਆ, ਸਾਡਾ ਇਖਤਿਆਰ ਕੀ ਆ, ਫਿਰ ਅਸੀਂ ਡਰਦੇ ਨਹੀਂ ਹੈਗੇ। ਪੁਲਿਸਮੈਨ ਜਦੋਂ ਲੌਰੀ ਆਉਂਦੀ ਆ ਉਹ ਤੋਂ ਡਰਦਾ ਨਹੀਂ ਹੈਗਾ, ਉਹ ਆਪਣਾ ਹੱਥ ਖੜਾ ਕਰ ਦਿੰਦਾ ਤੇ ਲੌਰੀ ਉਦੋਂ ਹੀ ਬ੍ਰੇਕਾਂ ਲਾਉਂਦੀ ਆ, ਕਾਰ ਉਦੋਂ ਹੀ ਬ੍ਰੇਕਾਂ ਲਾਉਂਦੀ ਆ ਬਈ ਪੁਲਿਸਮੈਨ ਮੋਰੇ ਖੜਾ ਆ। ਜੋ ਨਹੀਂ ਆਖੇ ਲੱਗਦੇ ਹੈਗੇ, ਫਿਰ ਜਿੰਨੀ ਵੀ ਹੋਰ ਸਾਰੀ ਪੁਲਿਸ ਆ ਉਹਦੇ ਮਗਰ ਆ, ਜਿੰਨੀ ਵੀ ਗਵਰਨਮੈਂਟ ਆ ਉਹਦੇ ਮਗਰ ਆ, ਜੋ ਵੀ ਉਹਨੂੰ ਚਾਹੀਦਾ ਸਾਰਾ ਕੁਛ ਉਹਦੇ ਮਗਰ ਉਹਨੂੰ ਬੈਕਅਪ ਕਰਨ ਨੂੰ ਤਿਆਰ ਆ। ਇੱਦਾਂ ਹੀ ਇੱਥੇ ਆ, ਜਦੋਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਹੁਕਮ ਦਿੰਦੇ ਆ, ਸਾਰੇ ਸਵਰਗਤ
ਸਵਰਗ ਦੂਤ ਸਾਰੇ ਸਵਰਗ ਤੈਨੂੰ ਬੈਕਅਪ ਸਾਨੂੰ ਕਰਦੇ ਆ। ਕਾਹਤੇ ਕਰਕੇ ਅਸੀਂ ਉਹ ਨਾਂ ਵਰਤਦੇ ਆ, ਜਿਹੜਾ ਨਾਂ ਸਾਰੇ ਨਾਮਾਂ ਦੇ ਉੱਪਰ ਦੀ ਹੈ, ਜਿਹਦੇ ਕੋਲ ਅਥਾਰਟੀ ਆ, ਉਹ ਨਾਂ ਸਾਨੂੰ ਯਿਸੂ ਮਸੀਹ ਨੇ ਦਿੱਤਾ ਹੈ। ਸੋ ਇਸ ਅਥਾਰਟੀ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ, ਇਹਦੇ ਬਾਰੇ ਅੱਜ ਆਪਾਂ ਥੋੜ੍ਹਾ ਜਿਹਾ ਦੇਖਣਾ ਆ। ਇੱਕ ਇੱਥੇ ਨਾਲੇ ਇੱਕ ਵਾਰਨਿੰਗ ਦੱਸਦਾ, ਖਬਰਦਾਰ ਦੱਸਦਾ ਆ। ਤਾਂ ਸਾਨੂੰ ਖਿਆਲ ਰੱਖਣ ਦੀ ਜ਼ਰੂਰਤ ਆ। ਬਹੁਤ ਵਾਰੀ ਅਸੀਂ ਪ੍ਰਾਈਡ ਵਿੱਚ ਆ ਸਕਦੇ ਹਾਂ। ਮੈਨੂੰ ਪਤਾ ਦੂਸਰੇ ਪਾਸਟਰ ਤਾਂ ਨਹੀਂ ਆਉਣਾ ਹੈਗਾ, ਤੁਸੀਂ ਤਾਂ ਨਹੀਂ ਆਉਣਾ, ਤੁਸੀਂ ਤਾਂ ਵਧੀਆ ਲੀਡਰ ਆ, ਪਰ ਜਗਦੀਸ਼ ਕਈ ਵਾਰੀ ਇਹਨਾਂ ਚੀਜ਼ਾਂ ਦੇ ਵਿੱਚ ਫਸ ਜਾਂਦਾ ਹੈ। ਓਕੇ, ਸੋ ਮੈਂ ਆਪਣੀ ਗੱਲ ਕਰਦਾ ਹਾਂ। ਸੋ ਮੈਨੂੰ ਉਹ ਕੀ ਕਹਿ ਰਿਹਾ, ਉਹ ਕਹਿੰਦਾ ਹੈ ਨਾ, do not nevertheless never rejoice in this that the spirits are subject to you, but rather rejoice because your names are written in heaven. ਕਹਿੰਦਾ ਇਸ ਚੀਜ਼ ਦੇ ਵਿੱਚ ਖੁਸ਼ੀ ਨਾ ਮਨਾਓ ਬਈ ਭੂਤ ਤੁਹਾਡੇ ਆਖੇ ਲੱਗਦੇ ਆ। ਵਾਹ, ਬਹੁਤ ਵਾਰੀ ਅਸੀਂ ਸਟੋਰੀਆਂ ਦੱਸਣੀਆਂ ਚਾਹੁੰਦੇ ਆ, ਮੈਂ ਜੀ ਭੂਤਾਂ ਨੂੰ ਹੁਕਮ ਦਿੱਤਾ, ਹੋਰ ਪਾਸਟਰਾਂ ਦੇ ਕੋਲ ਨਿਕਲੇ ਨਹੀਂ, ਬਸ ਜਗਦੀਸ਼ ਨੇ ਹੁਕਮ ਦਿੱਤਾ ਤਾਂ ਉਹ ਨੱਠ ਗਿਆ। ਦੈਟਸ ਪ੍ਰਾਈਡ, ਇਹ ਹੰਕਾਰ ਆ। ਜਦੋਂ ਜਗਦੀਸ਼ ਇਦਾਂ ਦਾ ਹੰਕਾਰ ਕਰਨ ਲੱਗ ਪਿਆ ਤੇ ਉਦੋਂ ਭੂਤਾਂ ਨੇ ਜਗਦੀਸ਼ ਨੂੰ ਸੱਟ ਲੈਣਾ ਆ। ਕਾਹਤੇ ਕਰਕੇ ਬਾਈਬਲ ਦੱਸਦੀ ਆ, God resists the proud. ਸ਼ੈਤਾਨ ਜਿਹੜੇ ਹੰਕਾਰ ਕਰਦੇ ਉਹਨਾਂ ਦਾ ਮੁਕਾਬਲਾ ਕਰਦਾ ਹੈ। ਸੌਰੀ, ਪਰਮੇਸ਼ਰ ਉਹਨਾਂ ਦਾ ਹੰਕਾਰ ਕਰਦਾ। ਸੁਣਦਾ ਬੰਦਾ ਦੱਸਦੀ ਆ, ਉਹ ਕਹਿ ਗਿਆ ਕੀ ਕਹਿੰਦੀ, ਕੀ ਕਹਿੰਦਾ ਬਈ ਪਰਮੇਸ਼ਰ ਜਿਹੜੇ ਹੰਕਾਰ ਕਰਦੇ ਉਹਨਾਂ ਦਾ ਮੁਕਾਬਲਾ ਕਰਦਾ। ਜੇ ਪਰਮੇਸ਼ਰ ਹੀ ਉਹਨਾਂ ਦਾ ਸਾਹਮਣਾ ਕਰਦਾ ਆ ਤਾਂ ਫਿਰ ਸ਼ੈਤਾਨ ਮੂਹਰੇ ਅਸੀਂ ਕਿੱਥੇ ਖੜੇ ਰਹਿਣਾ ਹੈ। ਓਕੇ, ਸੋ ਸਾਨੂੰ ਖਿਆਲ ਰੱਖਣਾ ਪੈਣਾ, ਅਸੀਂ ਹਰ ਵੇਲੇ ਹੰਬਲ ਰਹੀਏ। ਓਕੇ, ਜਿੰਨੀ ਵੀ ਵਡਿਆਈ ਆ, ਜਿੰਨੀ ਵੀ ਗਲੋਰੀ ਆ, ਜਿੰਨਾ ਵੀ ਜਲਾਲ ਆ, ਉਹ ਸਾਰਾ ਯਿਸੂ ਮਸੀਹ ਨੂੰ ਆਵੇ, ਕਿਉਂਕਿ ਉਹਦਾ ਨਾਮ ਵਰਤ ਕੇ ਇਹ ਕੰਮ ਚੱਲਦਾ ਆ। ਓਕੇ, ਸੋ ਜਗਦੀਸ਼ ਨੂੰ ਚੇਤੇ ਰੱਖਣਾ ਪੈਣਾ। ਸੋ ਜੇ ਤੁਹਾਡੇ ਕੋਲ ਵੀ ਇਹ ਗਲਤੀ ਹੁੰਦੀ, ਤੁਹਾਨੂੰ ਵੀ ਚੇਤੇ ਰੱਖਣਾ ਪੈਣਾ ਬਈ ਜਿੰਨਾ ਵੀ ਜਲਾਲ ਆ ਉਹ ਸਾਰਾ ਪਰਮੇਸ਼ਰ ਨੂੰ, ਜੀਸਸ ਨੂੰ ਜਾਵੇ। ਆਮੀਨ। ਸੋ ਆਪਾਂ ਹੋਰ ਦੇਖਦੇ ਹਾਂ, ਜਿੱਥੇ ਜੀਸਸ ਸਾਨੂੰ ਅਖਤਿਆਰ ਦੇ ਰਿਹਾ ਆ। ਜੀਸਸ ਨੇ ਆਪਣਾ ਅਖਤਿਆਰ ਸਾਰਾ ਸਵਰਗਾਂ ਵਿੱਚ ਛੱਡਿਆ ਹੁੰਦਾ ਸੀ ਤੇ ਆਦਮੀ ਬਣ ਕੇ ਇਸ ਧਰਤੀ ਉੱਤੇ ਆਇਆ ਸੀ। ਪਰ ਫਿਰ ਜਦੋਂ ਉਹਨੇ ਸ਼ੈਤਾਨ ਉੱਤੇ ਫਤਿਹ ਪਾ ਲਈ ਤੇ ਸਾਰਾ ਇਖਤਿਆਰ ਉਹਨੂੰ ਫੇਰ ਮਿਲ ਗਿਆ ਤੇ ਉਹ ਫਿਰ ਆਪਣੇ ਚੇਲਿਆਂ ਨੂੰ ਵੰਡ ਜਾਂਦਾ ਹੈ, ਦੇ ਜਾਂਦਾ ਹੈ। ਤੇ ਇਹ ਆਪਾਂ ਦੇਖਣ ਲੱਗੇ ਮਤੀ ਦੀ ਕਿਤਾਬ, ਉਹਦਾ 28ਵਾਂ ਚੈਪਟਰ, ਉਹਦੀ 18 ਤੇ 19 ਆਇਤ ਆਪਾਂ ਪੜਾਂਗੇ। Matthew chapter 28 verse 18 and 19। ਮਤੀ 28 ਤੇ ਉਹਦਾ 18 ਤੇ 19 ਆਇਤ ਆਪਾਂ ਪੜ੍ਹਦੇ ਹਾਂ। ਅਤੇ ਯਿਸੂ ਨੇ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਆਮੀਨ। ਆਮੀਨ। ਸੋ ਕੀ ਸੰਭਵਤਾ ਵੀ ਇਖਤਿਆਰ ਉਹਨੂੰ ਦਿੱਤਾ ਗਿਆ ਸੀ, ਹੁਣ ਉਹ ਸਾਨੂੰ ਭੇਜਦਾ ਆ ਤੇ ਆਪਣਾ ਇਖਤਿਆਰ ਸਾਨੂੰ ਦੇ ਦਿੰਦਾ ਆ। ਪਰ ਫਿਰ ਵੀ ਮੈਂ ਉਹੀ ਮੁੜ ਕੇ ਕਹਿੰਦਾ ਆ, ਉਹ ਜਿਹੜਾ ਇਖਤਿਆਰ ਆ ਸਾਡੀ ਜੇਬ ਵਿੱਚ ਨਹੀਂ ਹੈਗਾ, ਉਹ ਸਾਡੇ ਸਿਰ ਉੱਤੇ ਨਹੀਂ ਰੱਖਿਆ ਹੈਗਾ, ਉਹ ਕਿਸੇ ਸਾਡੇ ਬਿੱਲਾ ਨਹੀਂ ਲੱਗਾ ਹੈਗਾ, ਕੋਈ ਬਾਜ ਨਹੀਂ ਹੈਗਾ, ਕੋਈ ਸਾਡੇ ਕੋਲ ਸਰਟੀਫਿਕੇਟ ਨਹੀਂ ਹੈਗਾ। ਉਹ ਕੀ ਆ? ਉਹ ਯਿਸੂ ਮਸੀਹ ਦਾ ਨਾਂ ਆ। ਤੁਸੀਂ ਉਸ ਨਾਂ ਨੂੰ ਬਚ ਸਕਦੇ ਆ ਤੇ ਸ਼ੈਤਾਨ ਨੂੰ ਨੱਠਣਾ ਪੈਣਾ ਹੈ। ਲੂਕਾ ਦੀ ਕਿਤਾਬ ਉਹਦਾ 10ਵਾਂ ਚੈਪਟਰ ਚੋਂ ਆਪਾਂ ਪੜ੍ਹ ਕੇ ਹਟੇ, ਹੁਣ 20ਵੀਂ ਆਇਤ ਇੱਕ ਵਾਰੀ ਫੇਰ ਪੜਾਂਗੇ। ਇੱਕ ਵਾਰੀ ਪੜ੍ਹ ਹਟੇ ਪਰ ਇੱਕ ਵਾਰੀ ਫੇਰ ਪੜ੍ਹਦੇ। ਹਾਂਜੀ। ਲੂਕਾ ਚੈਪਟਰ 10 ਤੇ ਵਰਸ 20। ਲੂਕ ਚੈਪਟਰ 10 ਵਰਸ 20। ਪਰ ਇਸ ਤੋਂ ਆਨੰਦ ਨਾ ਹੋਵੋ ਕਿ ਰੂਹਾਂ ਤੁਹਾਡੇ ਵਸ ਵਿੱਚ ਹਨ, ਪਰ ਇਸ ਤੋਂ ਆਨੰਦ ਹੋਵੋ ਕਿ ਤੁਹਾਡੇ ਨਾਂ ਸਵਰਗਾਂ ਦੇ ਵਿੱਚ ਲਿਖੇ ਹੋਏ ਹਨ। ਆਮੀਨ।
ਜੀਸਸ ਤੇ ਇੱਕ ਹੋਰ ਚੀਜ਼ ਕਹਿ ਰਿਹਾ ਆ ਵੀ ਇਹਨਾਂ ਚੀਜ਼ਾਂ ਦੇ ਵਿੱਚ ਖੁਸ਼ੀ ਨਾ ਮਨਾਇਓ, ਭੂਤ ਤੁਹਾਡੇ ਆਖੇ ਲੱਗਦੇ ਆ। ਹਮ, ਮੈਨੂੰ ਪਤਾ ਅਸੀਂ ਬਹੁਤ ਇਹਨਾਂ ਚੀਜ਼ਾਂ ਦੇ ਵਿੱਚ ਖੁਸ਼ੀਆਂ ਮਨਾਉਣ ਲੱਗ ਪੈਂਦੇ ਆ। ਅਸੀਂ ਬਹੁਤ ਇਹਨਾਂ ਦੀਆਂ ਫਿਰ ਗਵਾਹੀਆਂ ਦੇਣੀਆਂ ਚਾਹੁੰਦੇ ਆ। ਕਈ ਵਾਰੀ ਗਵਾਹੀ ਦੇਣੀ ਵੀ ਪੈਂਦੀ ਲੋਕਾਂ ਨੂੰ, ਉਹਨਾਂ ਦੇ ਫੇਥ ਵਧਾਉਣ ਵਾਸਤੇ, ਨੇਚਰ ਵਧਾਉਣ ਵਾਸਤੇ। yeah, ਪਰ ਜਿੱਦਾਂ ਮੈਂ ਕਿਹਾ ਸੀ, ਫਿਰ ਵੀ ਕੇਅਰਫੁਲ ਰਹਿਣਾ ਪੈਂਦਾ ਆ ਹੰਕਾਰ ਚ ਨਾ ਜਾਈਏ। ਵੀ ਅਸੀਂ ਯੀਸ਼ੂ ਮਸੀਹ ਨੂੰ ਸਾਰੀ ਵਡਿਆਈ ਦੇਈਏ। ਆਮੇਨ। ਤੇ ਪਰ ਇੱਥੇ ਉਹ ਦੱਸਦਾ ਖੁਸ਼ੀ ਕਿਹੜੀ ਚੀਜ਼ 'ਚ ਮਨਾਉਣੀ ਆ। ਇੱਕ 'ਚ ਦੱਸਦਾ ਨਹੀਂ ਮਨਾਉਣੀ ਹੈਗੀ, ਦੂਜੀ 'ਚ ਦੱਸਦਾ ਮਨਾਉਣੀ ਆ। ਹਮ, ਕਿਹੜੀ ਚੀਜ਼ 'ਚ ਮਨਾਉਣੀ ਆ? ਉਹ ਇਹ ਚੀਜ਼ 'ਚ ਮਨਾਉਣੀ ਆ, rejoice in this that your names are written in the book of life. ਇਸ ਚੀਜ਼ ਦੇ ਵਿੱਚ ਨਾ ਖੁਸ਼ੀ ਮਨਾਓ ਬਈ ਤੁਹਾਡਾ ਨਾਂ ਪ੍ਰਭੂ ਦੀ ਪੋਥੀ ਦੇ ਵਿੱਚ ਲਿਖਿਆ ਆ, ਜੀਵਨ ਦੀ ਪੋਥੀ ਦੇ ਵਿੱਚ ਲਿਖਿਆ ਇਸ ਚ ਖੁਸ਼ੀ ਮਨਾਉਣੀ ਆ ਵੀ ਆਪਣਾ ਨਾਂ ਯਿਸੂ ਮਸੀਹ ਦੀ ਪੋਥੀ ਚ ਲਿਖਿਆ ਹੈ। ਥੈਂਕ ਯੂ, ਪ੍ਰੇਜ਼ ਦ ਲਾਰਡ। ਹਾਂਜੀ। ਹਾਂਜੀ, ਸੋ ਇਹਦੇ ਵਿੱਚ ਆਪਾਂ ਨੂੰ ਖੁਸ਼ੀ ਮਨਾਉਣ ਦੀ ਜ਼ਰੂਰਤ ਆ। ਜੇ ਤੁਹਾਡਾ ਨਾਂ ਹਾਲੇ ਨਹੀਂ ਲਿਖਿਆ ਹੈਗਾ, ਹਮ, ਅੱਜ ਦਾ ਦਿਨ ਲੰਘਣ ਨਹੀਂ ਦੇਣਾ ਹੈਗਾ, yes, ਆਪਣਾ ਨਾਂ ਉਸ ਪੋਥੀ 'ਚ ਲਿਖਾਉਣਾ ਆ। ਆਮੇਨ। ਗਾਹਾਂ ਜਾ ਕੇ ਆਪਾਂ ਦਿਖਾ ਲਾਂਗੇ। ਤੇ ਸੱਚੀ ਉਹ ਪੋਥੀ ਬਹੁਤ ਇੰਪੋਰਟੈਂਟ ਆ, ਬਹੁਤ ਜ਼ਰੂਰੀ ਆ, ਬਹੁਤ ਖਾਸ ਆ। ਉਹ ਤੋਂ ਬਗੈਰ ਅਸੀਂ ਸਵਰਗਾਂ ਵਿੱਚ ਨਹੀਂ ਜਾ ਸਕਦੇ ਹੈਗੇ। ਆਮੇਨ। ਉਹ ਤੋਂ ਬਗੈਰ ਅਸੀਂ ਜੀਵਨ ਨਹੀਂ ਪਾ ਸਕਦੇ ਹੈਗੇ। ਉਹ ਤੋਂ ਬਗੈਰ ਪਰਮੇਸ਼ਰ ਸਾਨੂੰ ਪਛਾਣਦਾ ਨਹੀਂ ਹੈਗਾ। ਆਮੇਨ। ਪ੍ਰਕਾਸ਼ ਦੀ ਪੋਥੀ ਉਹਦਾ 20ਵਾਂ ਚੈਪਟਰ ਉਹਦੀ 15ਵੀਂ ਆਇਤ ਦੇ ਵਿੱਚ ਲਿਖਿਆ ਹੈ। ਹਾਂਜੀ। ਪ੍ਰਕਾਸ਼ ਦੀ ਪੋਥੀ ਜਿਹਨੂੰ ਇੰਗਲਿਸ਼ ਦੇ ਵਿੱਚ ਰੈਵਲੇਸ਼ਨ ਕਿਹਾ ਜਾਂਦਾ, ਉਹਦਾ ਚੈਪਟਰ 20 ਤੇ ਉਹਦੀ 15 ਆਇਤ ਵਿੱਚ ਇਦਾਂ ਲਿਖਿਆ, 15 ਵਿੱਚ ਰੈਵਲੇਸ਼ਨ 20 ਵਰਸ 15। ਅਤੇ ਜੇ ਕੋਈ ਜੀਵਨ ਦੀ ਪੋਥੀ ਵਿੱਚ ਲਿਖਿਆ ਹੋਇਆ ਨਾ ਲੱਭਾ ਤਾਂ ਉਹ ਅੱਗ ਦੀ ਝੀਲ ਵਿੱਚ ਸੁੱਟਿਆ ਗਿਆ। ਆਮੇਨ। ਬਹੁਤ ਸਿੰਪਲ ਹੈ ਨਾ। ਜਿਹਦਾ ਨਾਂ ਜੀਵਨ ਦੀ ਪੋਥੀ ਦੇ ਵਿੱਚ ਨਾਂ ਲਿਖਿਆ ਗਿਆ, ਹਮ, ਉਹ ਅੱਗ ਦੀ ਝੀਲ ਵਿੱਚ ਸਿੱਟਿਆ ਜਾਣਾ। ਇਹ ਸਦਾ ਦੀ ਗੱਲ ਆ, ਬਹੁਤ ਇੰਪੋਰਟੈਂਟ, ਬਹੁਤ ਖਾਸ ਆ। ਹੋਰ ਸਾਰੀਆਂ ਚੀਜ਼ਾਂ ਜੋ ਮੈਂ ਦੱਸੀਆਂ ਉਹਨਾਂ ਨੂੰ ਖਾਸ ਇਹ ਆ ਆਮੇਨ। ਵੀ ਤੁਹਾਡਾ ਨਾਂ ਜੀਵਨ ਦੀ ਪੋਥੀ 'ਚ ਲਿਖਣਾ ਚਾਹੀਦਾ ਹੈ। Yeah. ਅੱਜ ਤੁਸੀਂ ਆਪਣਾ ਨਾਂ ਉੱਥੇ ਲਿਖਾ ਸਕਦੇ ਆ। ਹਮ, ਜੀਸਸ ਨੇ ਬਹੁਤ ਸਾਫ਼-ਸਾਫ਼ ਦੱਸਿਆ ਸੀਗਾ ਹਮ, ਵੀ ਕਿੱਦਾਂ ਉਹ ਅਸੀਂ ਪਾ ਸਕਦੇ ਆ। ਓਕੇ, ਉਹ ਆਪਾਂ ਮਾਰਕਸ ਦੀ ਕਿਤਾਬ ਦੇ ਵਿੱਚੋਂ ਪਹਿਲਾਂ ਉਹਦੀ 15 ਤੋਂ 16 ਆਇਤ ਪੜ੍ਹਾਂਗੇ, ਫਿਰ ਗਾਹਾਂ ਪੜ੍ਹਾਂਗੇ। ਹਾਂਜੀ। ਮਾਰਕਸ ਚੈਪਟਰ 16 ਤੇ 15 ਤੇ 18। ਮਾਰਕ ਚੈਪਟਰ 16 ਵਰਸ 15। ਹਾਂਜੀ, ਪਹਿਲੇ 15 ਤੋਂ 16 ਕਲੀ ਪੜ੍ਹਾਂਗੇ। Okay, 15 and 16। ਉਸ ਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬਤ ਸ੍ਰਿਸ਼ਟ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਜਿਹੜਾ ਨੇਚਾ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ, ਪਰ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਹੋਵੇਗਾ। ਆਮੇਨ। ਕੀ ਕਹਿੰਦਾ ਵੀ ਸਾਰੀ ਦੁਨੀਆ ਜਾ ਕੇ ਖੁਸ਼ਖਬਰੀ ਸੁਣਾਓ। ਆਪਣੇ ਚੇਲਿਆਂ ਨੂੰ ਹੁਕਮ ਦਿੱਤਾ। ਜੀਸਸ ਦੇ ਜਾਣ ਤੋਂ ਪਹਿਲਾਂ ਹਮ, ਅਖੀਰਲਾ ਹੁਕਮ ਸੀਗਾ, ਹਮ, ਕਹਿੰਦਾ ਉਹਨੂੰ ਖੁਸ਼ਖਬਰੀ ਸੁਣਾਓ। yeah, ਖੁਸ਼ਖਬਰੀ ਕੀ ਆ? ਵੀ ਤੁਹਾਡੇ ਪਾਪਾਂ ਦੀ ਕੀਮਤ ਜੀਸਸ ਨੇ ਦੇ ਦਿੱਤੀ ਆ। ਆਮੇਨ। ਜੇ ਤੁਸੀਂ ਅੱਜ ਉਹਨੂੰ ਕਬੂਲ ਕਰ ਲਓ, ਆਪਣਾ ਮੁਕਤੀਦਾਤਾ ਉਹਨੂੰ ਬਣਾ ਲਓ, ਹਮ, ਤੇ ਤੁਸੀਂ ਸਦਾ ਦਾ ਜੀਵਨ ਪਾ ਲਓਗੇ। ਆਮੇਨ। ਮੁਖ ਇਹ ਪਾ ਕੇ ਫਿਰ ਤੁਹਾਨੂੰ ਬੈਪਟਿਜ਼ਮ ਲੈਣ ਦੀ ਜ਼ਰੂਰਤ ਹੈ। ਆਮੇਨ। ਕਹਿੰਦਾ ਜਿਹਨੇ ਬਲੀਵ ਕਰ ਲਿਆ, ਇਹ ਜਿਹਨੇ ਤੇ ਨੇਚਾ ਕਰ ਲਈ ਤੇ ਬੈਪਟਿਜ਼ਮ ਲੈ ਲਿਆ, ਉਹ ਬਚਾਇਆ ਜਾਊਗਾ। ਉਹਦਾ ਨਾਮ ਮੈਂ ਕਹਿ ਸਕਦਾ ਹਾਂ ਵੀ ਜੀਵਨ ਦੀ ਪੋਥੀ ਦੇ ਵਿੱਚ ਲਿਖਿਆ ਜਾਊਗਾ। ਹਾਲੇਲੂਇਆ। ਸੋ ਬਹੁਤ ਇੰਪੋਰਟੈਂਟ ਆ ਹਮ, ਅੱਜ ਅਸੀਂ ਡਿਸੀਸ਼ਨ ਮੇਕ ਕਰੀਏ। yes, ਅੱਜ ਤੁਹਾਨੂੰ ਫੈਸਲਾ ਕਰਨ ਦੀ ਜ਼ਰੂਰਤ ਆ। yes, ਓਕੇ, ਸੋ ਜ਼ਰੂਰ ਆਪਾਂ ਗਾਹਾਂ ਹੋਰ ਚੀਜ਼ਾਂ ਸਿੱਖਣੀਆਂ ਆ ਇਖਤਿਆਰ ਦੇ ਬਾਰੇ, ਪਰ ਮੈਂ ਇਹ ਜ਼ਰੂਰ ਖਾਸ ਮੈਸੇਜ ਤੁਸੀਂ ਸੋਚਣਾ ਆ। ਅਖੀਰ ਦੇ ਵਿੱਚ ਮੈਂ ਪ੍ਰੇ ਕਰਨੀ ਆ ਵੀ ਜਿੱਥੇ ਤੁਸੀਂ ਹਾਲੇ ਨਹੀਂ ਪ੍ਰੇ ਕੀਤੀ ਹੈਗੀ, ਹਾਲੇ ਨਹੀਂ ਜੀਸਸ ਨੂੰ ਆਪਣੇ ਜੀਵਨ ਵਿੱਚ ਸੱਦਿਆ ਹੈਗਾ, ਤੇ ਤੁਸੀਂ ਅੱਜ ਸੱਦ ਸਕਦੇ ਆ। ਹਮ, ਓਕੇ, ਸੋ ਹੁਣ ਆਪਾਂ 17 ਤੇ 18 ਆਇਤ ਵੀ ਇਹਦੇ ਵਿੱਚੋਂ ਪੜ੍ਹਦੇ ਹਾਂ। ਹਾਂਜੀ। ਮਾਰਕਸ। ਮਾਰਕਸ ਦੀ 16ਵਾਂ ਚੈਪਟਰ ਤੇ ਉਹਦੀ 17 ਤੇ 18 ਆਇਤ ਸੁਣਦੇ ਪੜ੍ਹੋਗੇ। ਹਾਂਜੀ। ਮਾਰਕਸ ਚੈਪਟਰ 16 ਵਰਸ 17 and 18। ਮਾਰਕ ਚੈਪਟਰ 16
ਤੇ ਉਹਦੀ 17 ਤੇ 18 ਆਇਤ ਆਪਾਂ ਪੜ੍ਹਦੇ ਹਾਂ। ਅਤੇ ਨੇਚਾ ਕਰਨ ਵਾਲਿਆਂ ਦੇ ਨਾਲ ਨਾਲ ਇਹ ਨਿਸ਼ਾਨ ਹੋਣਗੇ, ਜੋ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਉਹ ਨਵੀਆਂ ਨਵੀਆਂ ਬੋਲੀਆਂ ਬੋਲਣਗੇ, ਉਹ ਸੱਪਾਂ ਨੂੰ ਚੁੱਕ ਲੈਣਗੇ, ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਤਾਂ ਉਹਨਾਂ ਦਾ ਕੁਝ ਨਹੀਂ ਵਿਚਲੂਗਾ, ਜਾਣੀ ਕਿ ਕੁਛ ਖਰਾਬੀ ਨਾ ਹੋਊਗੀ। ਉਹ ਰੋਗੀਆਂ ਉੱਤੇ ਹੱਥ ਰੱਖਣਗੇ ਤੇ ਉਹ ਚੰਗੇ ਹੋ ਜਾਣਗੇ। ਆਮੇਨ। ਆਮੇਨ ਆਮੇਨ, ਪ੍ਰੇਜ਼ ਦ ਲਾਰਡ। ਸੋ ਇੱਥੇ ਸਾਨੂੰ ਦੱਸਦਾ ਬਈ ਜਦੋਂ ਅਸੀਂ ਇਹ ਜਿਹੜਾ ਅਖਤਿਆਰ ਆ, ਉਹ ਕੀ ਕਹਿੰਦਾ, ਰੋਗੀਆਂ ਉੱਤੇ ਹੱਥ ਰੱਖਣਗੇ। ਫਿਰ ਉਹ ਭੂਤਾਂ ਦੀ ਕੀ ਗੱਲ ਦਾ, ਉਹ ਸੇਮ ਚੀਜ਼ ਹੀ ਦੱਸਦਾ ਜੋ ਆਪਾਂ ਅੱਗੇ ਪੜ੍ਹੀ ਸੀ, ਮੇਰਾ ਨਾਂ ਲੈ ਕੇ, ਜਗਦੀਸ਼ ਦਾ ਨਾਂ ਲੈ ਕੇ ਨਹੀਂ, ਜੀਸਸ ਦਾ ਨਾਂ ਲੈ ਕੇ ਹੁਕਮ ਦੇਣਗੇ ਤੇ ਉਹ ਨੱਠ ਜਾਣਾ ਹੈ। ਜੇ ਤੁਸੀਂ ਹੋਰ ਕੋਈ ਨਾਂ ਲਿਆ, ਉਹਨੇ ਤੁਹਾਡੇ ਵੱਲ ਦੇਖ ਕੇ ਹੱਸਣਾ ਆ, ਪਰ ਜਦੋਂ ਜੀਸਸ ਦਾ ਨਾਂ ਲਿਆ, ਉਹਨੇ ਕੰਬਣ ਲੱਗ ਪੈਣਾ। ਉਹਨੇ ਕਹਿਣਾ ਇਹ ਨਾਂ ਨਾ ਲਓ, ਇਸ ਨਾਂ ਤੋਂ ਅਸੀਂ ਡਰਦੇ ਹਾਂ। ਕੱਲੀ ਜੀਸਸ ਨੇ ਉਹਨਾਂ ਉੱਤੇ ਫਤਿਹ ਪਾਈ ਹੈ, ਕੱਲੇ ਜੀਸਸ ਨੇ ਉਹਨਾਂ ਨੂੰ ਜਿੱਤਿਆ ਆ, ਤੇ ਇਸ ਕਰਕੇ ਇਕੱਲਾ ਜੀਸਸ ਦਾ ਨਾਂ ਹੀ ਬਚ ਸਕਦੇ ਆ। ਸੋ ਪ੍ਰੇਜ਼ ਦ ਲਾਰਡ, ਸਾਨੂੰ ਬਹੁਤ ਕਲੀਅਰਲੀ ਜੀਸਸ ਨੇ ਦੇ ਗਿਆ। ਜਦੋਂ ਕਹਿੰਦਾ ਬਿਮਾਰਾਂ ਉੱਤੇ ਵੀ ਹੱਥ ਰੱਖਣਾ ਆ, ਜੀਸਸ ਦੇ ਨਾਂ ਦੇ ਵਿੱਚ ਅਸੀਂ ਹੱਥ ਰੱਖਦੇ ਹਾਂ। ਓਕੇ, ਬਹੁਤ ਵਾਰੀ ਅਸੀਂ ਆਦਮੀਆਂ ਵੱਲ ਨੂੰ ਦੇਖਦੇ ਹਾਂ, ਇਹ ਸਾਡੀ ਗਲਤੀ ਹੁੰਦੀ ਆ। ਸਾਨੂੰ ਹਰ ਵੇਲੇ ਜੀਸਸ ਵੱਲ ਨੂੰ ਦੇਖਣਾ ਚਾਹੀਦਾ ਹੈ। ਜ਼ਰੂਰ ਆਦਮੀ ਪ੍ਰੇ ਕਰਦੇ, ਉਹਨੇ ਇੱਥੇ ਭੇਜੇ ਆ, ਸਾਨੂੰ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ, ਪਰ ਚੇਤੇ ਹਰ ਵੇਲੇ ਹੀ ਰੱਖਣਾ, ਜੀਸਸ ਠੀਕ ਕਰਦਾ, ਜੀਸਸ ਭੂਤ ਕੱਢਦਾ, ਉਹਦੇ ਨਾਂ ਦੇ ਨਾਲ ਨਿਕਲਦੇ ਆ, ਤੇ ਉਹੋ ਹੀ ਅਸੀਂ ਕਦੇ ਬਚ ਸਕਦੇ ਹਾਂ। ਆਮੇਨ। ਓਕੇ, ਰਸੂਲਾਂ ਦੇ ਕੰਮ ਉਹਦਾ ਪਹਿਲਾ ਚੈਪਟਰ, ਉਹਦੀ 8ਵੀਂ ਆਇਤ ਦੇ ਵਿੱਚੋਂ ਆਪਾਂ ਪੜ੍ਹਦੇ, ਜਦੋਂ ਜੀਸਸ ਜਾਣ ਲੱਗਦਾ ਆ, ਚੇਲੇ ਪੁੱਛਦੇ ਆ ਤੇ ਜੀਸਸ ਉਹਨਾਂ ਨੂੰ ਆਹ ਸੁਨੇਹਾ ਦਿੰਦਾ ਹੈ। ਰਸੂਲਾਂ ਦੇ ਕੰਮ, ਜਿਨ੍ਹਾਂ ਨੂੰ ਐਕਟਸ ਕਿਹਾ ਜਾਂਦਾ ਹੈ ਇੰਗਲਿਸ਼ ਦੇ ਵਿੱਚ, ਉਹਦਾ ਪਹਿਲਾ ਚੈਪਟਰ, ਫਸਟ ਚੈਪਟਰ, 8ਵੀਂ ਆਇਤ ਜਾਨੀ ਕਿ 8। ਇੱਥੇ ਇੱਦਾਂ ਲਿਖਿਆ, ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ, ਅਤੇ ਜਰੂਸ਼ਲਮ ਔਰ ਸਾਰੇ ਯਹੂਦੀਆਂ ਅਤੇ ਸਾਮਰੀਆ ਵਿੱਚ, ਸਗੋਂ ਧਰਤੀ ਦੇ ਬੰਨੇ ਤੀਕਰ ਮੇਰੇ ਗਵਾਹ ਹੋਵੋਗੇ। ਆਮੇਨ। ਕੀ ਕਹਿੰਦਾ, ਜਦੋਂ ਤੁਸੀਂ ਰੂਹ ਆਤਮਾ ਨੂੰ ਪਾਓਗੇ, ਜਦੋਂ ਤੁਸੀਂ ਹੋਲੀ ਸਪਿਰਿਟ ਪਾਓਗੇ, ਤੁਸੀਂ ਪਾਵਰ, ਇੱਥੇ ਵੀ ਜਿਹੜਾ ਪਾਵਰ ਦਾ ਅੱਖਰ ਆ, ਉਹ ਐਕਸ਼ਨ ਅਥਾਰਟੀ ਆ, ਅਖਤਿਆਰ ਆ, ਤੁਸੀਂ ਇਖਤਿਆਰ ਪਾਓਗੇ। ਜਦੋਂ ਤੁਹਾਡੇ ਤੇ ਰੂਹ ਆਤਮਾ ਆ ਗਿਆ, ਫਿਰ ਤੁਸੀਂ ਮੇਰੇ ਵਾਸਤੇ ਅਗਵਾਹ ਬਣੋਗੇ। ਬਹੁਤ ਮੇਰੇ ਭੈਣ ਭਰਾ ਅਗਵਾਹ ਬਣੇ ਹੋਏ ਆ, ਉਹ ਜਾਂਦੇ ਆ, ਪਰ ਉਹਨੇ ਹਾਲੇ ਰੂਹ ਆਤਮਾ ਪਾਇਆ ਨਹੀਂ ਹੈਗਾ, ਉਹਦੀ ਅਥਾਰਟੀ ਪਾਈ ਨਹੀਂ ਹੈਗੀ। ਸੋ ਸਾਨੂੰ ਇਹ ਅਥਾਰਟੀ ਲੈਣ ਦੀ ਜ਼ਰੂਰਤ ਆ, ਸਾਨੂੰ ਇਹਨਾਂ ਚੱਲਣ ਦੀ ਜ਼ਰੂਰਤ ਆ, ਤੇ ਫਿਰ ਅਸੀਂ ਸਕਸੈਸਫੁਲ ਹੋ ਸਕਦੇ ਹਾਂ। ਬਹੁਤ ਵਾਰੀ ਅਸੀਂ ਟੋਲਦੇ ਫਿਰਦੇ ਕਿਸੇ ਨੂੰ ਬਈ ਕਿਸੇ ਦੇ ਕੋਲ ਅਥਾਰਟੀ ਹੋਵੇ, ਪਰ ਸੱਚੀ ਗੱਲ ਇਹ ਸਾਰਿਆਂ ਬਲੀਵਰਾਂ ਵਾਸਤੇ ਅਵੇਲੇਬਲ ਆ। ਆਮੇਨ। ਜਿਨ੍ਹਾਂ ਨੇ ਵੀ ਯਿਸੂ ਮਸੀਹ ਨੂੰ ਆਪਣਾ ਮੁਕਤੀ ਦਾਤਾ ਬਣਾਇਆ, ਉਹਨਾਂ ਵਾਸਤੇ ਅਵੇਲੇਬਲ ਆ। ਸੋ ਤੁਹਾਡੇ ਵਾਸਤੇ ਵੀ ਅਵੇਲੇਬਲ ਆ, ਤੁਸੀਂ ਵੀ ਅੱਜ ਪਾ ਸਕਦੇ ਆ। ਆਮੇਨ ਆਮੇਨ। ਸੋ ਆਪਾਂ ਇੱਕ ਐਗਜ਼ਾਮਪਲ ਦੇਖਦੇ ਹਾਂ, ਇੱਕ ਮਿਸਾਲ ਦੇਖਦੇ ਹਾਂ, ਜਿੱਥੇ ਜਦੋਂ ਚੇਲਿਆਂ ਨੇ ਹੁਣ ਇਹ ਸੁਣ ਲਿਆ ਜੀਸਸ ਦੇ ਕੋਲੋਂ, ਜਿੰਨੀਆਂ ਵੀ ਆਪਾਂ ਪੜ੍ਹੀਆਂ ਸਾਰੀਆਂ ਇਹ ਚੇਲਿਆਂ ਨੇ ਸੁਣੀਆਂ, ਤੇ ਹੁਣ ਜੀਸਸ ਚੱਲ ਗਿਆ ਆ, ਤੇ ਹੁਣ ਉਹਨਾਂ ਦਾ ਮੌਕਾ ਆ ਗਿਆ ਵਰਤਣ ਨੂੰ, ਤੇ ਕਿੱਦਾਂ ਉਹ ਵਰਤਦੇ ਆ, ਉਹ ਆਪਾਂ ਦੇਖਣ ਲੱਗੇ ਕਹਾਣੀ। ਜਿਹੜਾ ਬੁੱਕ ਆਫ ਐਕਟਸ, ਰਸੂਲਾਂ ਦੇ ਕੰਮ, ਉਹਦਾ 3ਵਾਂ ਚੈਪਟਰ, 3 ਚੈਪਟਰ, ਤੇ ਉਹਦੀ 1 ਤੋਂ 6 ਆਇਤ ਆਪਾਂ ਪੜ੍ਹਾਂਗੇ। The book of Acts chapter 3 verse 1 to 6। ਹਾਂਜੀ, ਰਸੂਲਾਂ ਦੇ ਕੰਮ 3 ਚੈਪਟਰ, ਉਹਦਾ 1 ਤੋਂ ਲੈ ਕੇ 6 ਤੱਕ ਆਇਤਾਂ ਆਪਾਂ ਪੜ੍ਹਦੇ ਹਾਂ। ਜਮਾਂਦਰੂ ਲੰਘੇ ਦਾ ਚੰਗਾ ਹੋਣਾ। ਪਤਰਸ ਅਤੇ ਯਹੋਨਾ ਪ੍ਰਾਰਥਨਾ ਕਰਨ ਦੇ ਵੇਲੇ 30 ਪਹਿਰ ਹੈਕਲ ਨੂੰ ਚਲੇ ਜਾਂਦੇ ਸਨ, ਅਤੇ ਲੋਕ ਇੱਕ ਜਮਾਂਦਰੂ ਲੰਘੇ ਨੂੰ ਚੁੱਕੀ ਲਈ ਜਾਂਦੇ ਸਨ, ਜਿਹਨੂੰ ਰੋਜ਼ ਹੈਕਲ ਦੇ ਫਾਟਕ ਕੋਲ, ਜਿਹੜਾ ਸੋਨਾ ਸੱਦੀ ਦਾ ਹੈ, ਬਹਾਲ ਦਿੰਦੇ ਸਨ।
ਵੀ ਉਹ ਹੈਕਲ ਵਿੱਚ ਜਾਣ ਵਾਲਿਆਂ ਤੋਂ ਪਿੱਛਾ ਮੰਗੇ। ਜਾਂ ਉਹਨੇ ਪਤਰਸ ਅਤੇ ਯਹੂਨਾ ਨੂੰ ਹੈਕਲ ਵਿੱਚ ਜਾਂਦਿਆਂ ਵੇਖਿਆ ਤਾਂ ਉਹਨਾਂ ਤੋਂ ਪਿੱਛਾ ਮੰਗੀ। ਤਦੋਂ ਪਤਰਸ ਨੇ ਯਹੂਨਾ ਦੇ ਨਾਲ ਉਹਨੂੰ ਧਿਆਨ ਨਾਲ ਵੇਖ ਕੇ ਆਖਿਆ ਕਿ ਸਾਡੀ ਵੱਲ ਵੇਖ। ਤਾਂ ਉਹਨੇ ਉਹਨਾਂ ਕੋਲੋਂ ਕੁਝ ਲੱਭਣ ਦੀ ਆਸਾ ਕਰਕੇ ਉਹਨਾਂ ਵੱਲ ਧਿਆਨ ਕੀਤਾ। ਪਰ ਪਤਰਸ ਨੇ ਆਖਿਆ, ਸੋਨਾ ਚਾਂਦੀ ਤਾਂ ਮੇਰੇ ਕੋਲ ਨਹੀਂ, ਪਰ ਜੋ ਮੇਰੇ ਕੋਲ ਹੈ ਸੋ ਤੈਨੂੰ ਦਿੰਦਾ ਹਾਂ। ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਤੁਰ ਫਿਰ। ਆਮੀਨ। ਆਮੀਨ। ਸੋ ਇੱਥੇ ਆਪਾਂ ਬਹੁਤ ਕਲੀਅਰਲੀ ਦੇਖਿਆ ਆ ਬਈ ਜਦੋਂ ਜੀਸਸ ਚਲ ਗਿਆ ਸਵਰਗਾਂ ਦੇ ਵਿੱਚ, ਉਹਨੇ ਹੋਲੀ ਸਪਿਰਿਟ ਨੂੰ ਪਾ ਲਿਆ ਤੇ ਹੈਕਲ ਦੇ ਵਿੱਚ ਇਕੱਠੇ ਹੁੰਦੇ ਸੀ ਤੇ ਉਹ ਤੁਰੇ ਜਾਂਦੇ ਆ, ਯਹੂਨਾ ਤਾਂ ਪਤਰਸ, ਤੇ ਉੱਥੇ ਇੱਕ ਮੰਗਤਾ ਹੁੰਦਾ ਆ ਤੇ ਬਹੁਤ ਤੰਗ ਹੁੰਦਾ ਆ, ਤੁਰ ਨਹੀਂ ਸਕਦਾ ਹੈਗਾ। ਲੋਕੀ ਉਹਨੂੰ, ਉਹਦੇ ਘਰ ਦੇ ਉਹਨੂੰ ਰਿਸ਼ਤੇਦਾਰ ਉੱਥੇ ਬਿਠਾ ਜਾਂਦੇ ਸੀਗੇ ਜਿਹਦੀਆਂ ਲੱਤਾਂ ਸੁੱਕੀਆਂ ਸੀਗੀਆਂ, ਤੇ ਉਹ ਉੱਥੇ ਭੀਖ ਮੰਗਦਾ ਹੁੰਦਾ ਸੀ। ਤੇ ਉਹ ਭੀਖ ਮੰਗਦਾ ਆ, ਆਪਣਾ ਕੱਪ ਜਿਹੜਾ ਮੂਹਰੇ ਖੜਕਾਉਂਦਾ ਆ, ਪਰ ਦੇਖਦਾ ਦੂਸਰੇ ਪਾਸੇ ਨੂੰ ਆ। ਤੇ ਪਤਰਸ ਉਹਨੂੰ ਕਹਿੰਦਾ ਆ, ਮੇਰੇ ਵੱਲ ਨੂੰ ਧਿਆਨ ਦੇ, ਮੇਰੇ ਵੱਲ ਨੂੰ ਧਿਆਨ ਦੇ। ਜਦੋਂ ਉਹਦੇ ਵੱਲ ਨੂੰ ਧਿਆਨ ਦਿੰਦਾ ਆ, ਉਹ ਕਹਿੰਦਾ, ਸੋਨਾ ਤਾਂ ਚਾਂਦੀ ਮੇਰੇ ਕੋ ਹੈ ਨਹੀਂ, ਸੋਨਾ ਤਾਂ ਚਾਂਦੀ ਮੇਰੇ ਕੋ ਹੈ ਨਹੀਂ, ਪਰ ਜੋ ਮੇਰੇ ਕੋ ਹੈਗਾ ਉਹ ਤੈਨੂੰ ਦਿੰਦਾ ਆ। ਕੀ ਸੀਗਾ ਉਹਦੇ ਕੋਲ? ਸੋਨਾ ਤਾਂ ਚਾਂਦੀ ਕਹਿੰਦਾ ਹੈ ਨਹੀਂ, ਪਰ ਕਹਿੰਦਾ ਜੋ ਮੇਰੇ ਕੋ ਹੈਗਾ ਮੈਂ ਦਿੰਦਾ ਆ। ਕੀ ਦਿੰਦਾ? ਜੀਸਸ ਦੇ ਨਾਂ ਦੇ ਵਿੱਚ। ਕੀ ਸੀਗਾ ਉਹਦੇ ਕੋਲ? ਜੀਸਸ ਦਾ ਨਾਂ, the most powerful, the most wonderful name। ਤੇ ਉਹ ਹੁਕਮ ਦਿੰਦਾ ਆ ਤੇ ਉਹ ਉਸੇ ਵੇਲੇ ਉਹਨੂੰ ਹੱਥ ਉਹਦਾ ਫੜ ਕੇ ਖੜਾ ਕਰ ਲੈਂਦਾ। ਜਿਹੜਾ 40 ਤੋਂ ਜ਼ਿਆਦਾ ਸਾਲ ਤਾਂ ਉਮਰ ਸੀ, ਕਦੇ ਤੁਰਿਆ ਨਹੀਂ ਸੀਗਾ, ਪਰ ਹੁਣ ਪਹਿਲੀ ਵਾਰੀ ਉਹ ਉੱਠ ਕੇ ਛਾਲਾਂ ਟਪੂਸੀਆਂ ਮਾਰਨ ਲੱਗ ਪਿਆ ਤੇ ਠੀਕ ਹੋ ਗਿਆ। ਜਿਹੜੀ ਅਥਾਰਟੀ, ਜਿਹੜਾ ਇਖਤਿਆਰ ਸੀਗਾ, ਉਹ ਜੀਸਸ ਦੇ ਨਾਮ ਵਿੱਚ ਸੀਗਾ। ਸੋ ਇੱਥੇ ਆਪਾਂ ਨੂੰ ਦੱਸਦੇ ਆ ਬਹੁਤ ਕਲੀਅਰਲੀ ਬਈ ਸਾਡੇ ਵਾਸਤੇ ਇੱਕ ਪਰਮੇਸ਼ਰ ਨੇ ਅਥਾਰਟੀ ਦਿੱਤੀ ਹੋਈ ਹੈ, ਇਖਤਿਆਰ ਦਿੱਤਾ ਹੈ, ਤੇ ਅਸੀਂ ਇਹ ਵਰਤ ਸਕਦੇ ਹਾਂ। ਸੋ ਪਰ ਇਹ ਸਾਡੇ ਵਾਸਤੇ ਹੈਗਾ ਆ, ਸਾਡੇ ਬਲੀਵਰਾਂ ਵਾਸਤੇ ਹੈਗਾ ਆ, ਪਰ ਜੇ ਅਸੀਂ ਨਹੀਂ ਬਲੀਵਰ ਹੈਗੇ, ਫਿਰ ਸਾਡਾ ਹੱਕ ਨਹੀਂ ਹੈਗਾ ਵਰਤਣ। ਫਿਰ ਉਹਨੇ, ਜੇ ਅਸੀਂ ਨਾ ਵੀ ਵਰਤਿਆ, ਜਿੱਦਾਂ ਰਸੂਲਾਂ ਦੇ ਕੰਮ ਉਹਦੇ 16ਵੇਂ ਚੈਪਟਰ 'ਚ 19ਵੇਂ ਚੈਪਟਰ 'ਚ ਸਾਨੂੰ ਦੱਸਦੇ ਆ, ਤੇ ਕਈ ਭੂਤ ਕੱਢਣ ਦੀ ਕੋਸ਼ਿਸ਼ ਕਰਦੇ ਸੀ। ਉਹ ਕਹਿੰਦੇ ਸੀ, ਅਸੀਂ ਤੈਨੂੰ ਹੁਕਮ ਦਿੰਦੇ ਆ ਜੀਸਸ ਦੇ ਨਾਂ ਦੇ ਵਿੱਚ, ਜਿਹੜਾ ਪੌਲ ਪ੍ਰਚਾਰ ਕਰਦਾ ਆ, ਓਕੇ, ਇਹ ਨਹੀਂ ਚੱਲਣਾ ਹੈਗਾ। ਉਹ ਕਹਿੰਦੇ ਪੌਲ ਨੂੰ ਵੀ ਅਸੀਂ ਜਾਣਦੇ ਆ, ਜੀਸਸ ਨੂੰ ਵੀ ਅਸੀਂ ਜਾਣਦੇ ਆ, ਪਰ ਤੁਸੀਂ ਕੌਣ ਆ? ਇਹਦਾ ਮਤਲਬ ਤੁਸੀਂ ਹਾਲੇ ਪਰਮੇਸ਼ਰ ਦੇ ਬੇਟੇ ਬੇਟੀਆਂ ਨਹੀਂ ਹੈਗੇ, ਤੁਸੀਂ ਹਾਲੇ ਜੀਸਸ ਨੂੰ ਪਾਇਆ ਨਹੀਂ ਹੈਗਾ, ਤੁਹਾਡੇ ਕੋਲ ਇਖਤਿਆਰ ਹੈ ਨਹੀਂਗਾ। ਉਹਨਾਂ ਦੇ ਮਗਰ ਨੱਠਿਆ ਤੇ ਉਹਨਾਂ ਦੇ ਕੱਪੜੇ ਪਾੜ ਸੱਟੇ ਤੇ ਉਹਨੇ ਬਹੁਤ ਉਹਨਾਂ ਨੂੰ ਕੁੱਟਿਆ ਮਾਰਿਆ। 6-7 ਜਣੇ ਸੀ, ਉਹ ਸਕੀਵਾ ਦੇ ਮੁੰਡੇ ਸੀਗੇ। ਤੇ ਸੋ ਇੱਥੇ ਆਪਾਂ ਦੇਖਦੇ ਆ ਵੀ ਸਾਨੂੰ ਉਹ ਪਾਉਣ ਦੀ ਜ਼ਰੂਰਤ ਆ। ਜੇ ਤੁਸੀਂ ਅੱਜ ਨਹੀਂ ਪਾਇਆ, ਜਿਹੜਾ ਆਪਾਂ ਅੱਗੇ ਦੇਖਿਆ ਸੀਗਾ, ਆਪਾਂ ਇੱਕ ਵਾਰੀ ਫੇਰ ਲੂਕਾ ਦੀ ਕਿਤਾਬ ਦੇ ਵਿੱਚੋਂ ਪੜ੍ਹਦੇ ਹਾਂ, 10 10 21 ਤੋਂ ਲਾ ਕੇ 23-22 ਤੱਕ। The book of Luke chapter 10 from verse 21 to 22। ਹਾਂਜੀ, ਲੂਕਾ ਚੈਪਟਰ 10 ਉਹਦੀ 21 ਤੇ 22 ਆਪਾਂ ਆਇਤ ਪੜ੍ਹਨ ਲੱਗੇ ਹਾਂ। ਲੂਕ ਚੈਪਟਰ 10 verse 21 and 22। ਉਸੇ ਘੜੀ ਉਹ ਪਵਿੱਤਰ ਆਤਮਾ ਵਿੱਚ ਬਹੁਤ ਮਗਨ ਹੋ ਕੇ ਬੋਲਿਆ, ਹੇ ਪਿਤਾ, ਆਕਾਸ਼ ਅਤੇ ਧਰਤੀ ਦੇ ਮਾਲਕ, ਮੈਂ ਤੇਰਾ ਧੰਨਵਾਦ ਕਰਦਾ ਹਾਂ ਜੋ ਤੈਂ ਇਹਨਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਲੁਕੋਇਆ ਔਰ ਉਹਨਾਂ ਨੂੰ ਨਿਆਣਿਆਂ ਉੱਤੇ ਪ੍ਰਗਟ ਕੀਤਾ ਹੈ। ਪਿਤਾ, ਕਿਉਂ ਜੋ ਇਹੋ ਤੈਨੂੰ ਚੰਗਾ ਲੱਗਾ। ਸਭੋ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੋਇਆ ਹੈ, ਅਤੇ ਕੋਈ ਨਹੀਂ ਜਾਣਦਾ ਕਿ ਪੁੱਤਰ ਕੌਣ ਹੈ, ਪਰ ਪਿਤਾ
ਔਰ ਪਿਤਾ ਕੌਣ ਹੈ ਪਰ ਪੁੱਤਰ, ਅਤੇ ਉਹ ਜਿਸ ਉੱਤੇ ਪੁੱਤਰ ਉਸ ਨੂੰ ਪ੍ਰਗਟ ਕੀਤਾ ਚਾਹੇ। ਆਮੇਨ। ਆਮੇਨ। ਸੋ ਇੱਥੇ ਉਸ ਨੂੰ ਦੱਸਦਾ ਹੈ ਬਈ ਇਹ ਜਿਹੜੀ ਭੇਤ ਵਾਲੀ ਗੱਲ ਆ, ਬਹੁਤ ਲੋਕੀ ਇਸ ਚੀਜ਼ ਨੂੰ ਸਮਝ ਨਹੀਂ ਸਕਦੇ ਹੈਗੇ, ਬਹੁਤਿਆਂ ਨੇ ਮੰਨਣਾ ਨਹੀਂ ਹੈਗਾ। ਇਹ ਸਿੰਪਲ ਕਿੰਨੀ ਹੈ। ਓਕੇ, ਹੁਣੀ ਕਹਿਣਾ ਨਹੀਂ ਜੀ ਇੱਦਾਂ ਵੀ ਹੋ ਸਕਦੀ, ਇੱਦਾਂ ਵੀ ਹੋ ਸਕਦਾ, ਪਰ ਇੱਥੇ ਉਹ ਦੱਸਦਾ ਜਿਹੜੇ ਨਿਆਣਿਆਂ ਵਾਂਗ ਬਣ ਕੇ ਆਉਂਦੇ ਆ ਉਹਨਾਂ ਨੂੰ ਇਹ ਚੀਜ਼ ਦੀ ਸਮਝ ਲੱਗਣੀ ਆ। ਸੋ ਜੀਸਸ ਨੇ ਪਹਿਲਾਂ ਵੀ ਇੱਕ ਵਾਰੀ ਦੱਸਿਆ ਸੀਗਾ, ਉਹ ਕਹਿੰਦਾ ਵੀ ਜਿਹੜਾ ਮੇਰੇ ਕੋਲ ਆਉਂਦਾ ਉਹਨਾਂ ਨੂੰ ਨਿਆਣਿਆਂ ਵਾਂਗ ਬਣ ਕੇ ਆਉਣਾ ਪੈਣਾ। ਜਿਹੜਾ ਆਪਣਾ ਦਿਮਾਗ ਲੈ ਕੇ ਆਉਂਦਾ ਆ, ਜਿਹੜਾ ਆਪਣਾ ਹਕਾਰ ਲੈ ਕੇ ਆਉਂਦਾ ਆ, ਉਹ ਨਹੀਂ ਆ ਸਕਦਾ ਪਰਮੇਸ਼ਰ ਦੇ ਕੋਲ। ਨੀਵਾਂ ਹੋ ਕੇ ਨਿਆਣਿਆਂ ਵਾਂਗ ਆਉਣਾ ਪੈਣਾ ਆ। ਸੋ ਇੱਥੇ ਜੀਸਸ ਦੱਸਦਾ, ਕਹਿੰਦਾ ਇੱਕ ਭੇਤ ਵਾਲੀ ਗੱਲ ਆ। ਓਕੇ, ਇਹ ਭੇਤ ਵਾਲੀ ਕੀ ਆ? ਕਹਿੰਦਾ ਆਈ ਥੈਂਕ ਯੂ ਫਾਦਰ ਦ ਲੋਰਡ ਆਫ ਹੈਵਨ ਐਂਡ ਅਰਥ। ਉਸ ਪਰਮੇਸ਼ਰ ਦਾ ਧੰਨਵਾਦ ਕਰਦਾ ਜਿਹੜਾ ਸਵਰਗਾਂ ਦਾ ਤੇ ਦੁਨੀਆ ਦਾ ਪਰਮੇਸ਼ਰ ਆ। ਓਕੇ, ਇੱਕੋ ਹੀ ਆ, ਉਹ ਇੱਕੋ ਹੀ ਮਾਲਕ ਆ ਇੱਥੇ। ਉਹ ਕਹਿੰਦਾ ਉਹਦਾ ਧੰਨਵਾਦ ਕਰਦਾ। ਕਾਹਤੇ ਧੰਨਵਾਦ? ਕਹਿੰਦਾ ਆਹ ਜਿਹੜੀਆਂ ਚੀਜ਼ਾਂ ਕਹਿੰਦਾ ਇਹ ਬੁੱਧਵਾਨਾਂ ਦੇ ਕੋਲੋਂ, ਗਿਆਨੀਆਂ ਦੇ ਕੋਲੋਂ, ਜਿਹੜੇ ਬਹੁਤ ਜਾਣਦੇ ਆ, ਹੋ ਸਕਦਾ ਡਾਕਟਰਾਂ ਦੇ ਟਾਈਟਲਸ ਲੱਗੇ ਹੋਣ, ਪਾਸਟਰਸ ਹੋਣ, ਜਾਂ ਹੋਰ ਵੀ ਬੜੇ ਬੜੇ ਟਾਈਟਲਸ ਹੋਣ, ਰੈਵਰੈਂਟ ਹੋਣ, ਜਾਂ ਅਸੀਂ ਬਿਸ਼ਪਸ ਵੀ ਕਹਿ ਸਕਦੇ ਹਾਂ, ਜਾਂ ਹੋਰ ਵੀ ਕਿਸੇ ਤਰ੍ਹਾਂ ਦੇ ਬੜੇ ਬੜੇ ਟਾਈਟਲਸ, ਬਹੁਤ ਦਿਮਾਗ ਹੈ, ਪਰ ਉਹਨਾਂ ਚੀਜ਼ਾਂ ਨੂੰ ਨਹੀਂ ਸਮਝ ਸਕਦੇ। ਕਹਿੰਦਾ ਜਿੰਨਾ ਚਿਕਰ ਉਹ ਨਿਆਣਿਆਂ ਬਣ ਕੇ ਨਹੀਂ ਆਉਂਦੇ ਹੈਗੇ। ਜਗਦੀਸ਼ ਦਾ ਗੁੱਸਾ ਨਾ ਕਰਿਓ, ਬਾਈਬਲ ਦੇ ਵਿੱਚੋਂ ਆਪ ਪੜ੍ਹ ਕੇ ਦੇਖਿਓ। ਓਕੇ, ਕਰਕੇ ਇਹ ਨਹੀਂ ਇੱਦਾਂ ਹੀ ਲਿਖਿਆ, ਆਈ ਥੈਂਕ ਯੂ ਫਾਦਰ ਦ ਲੋਰਡ ਆਫ ਹੈਵਨ ਐਂਡ ਅਰਥ, ਯੂ ਹੈਵ ਹਿਡਨ ਥੀਸ ਥਿੰਗਸ from the wise and understanding and reveal them to the little children. Yes, Father, for it seems good to you. ਤੇਰੇ ਨੂੰ ਇੱਦਾਂ ਹੀ ਚੰਗਾ ਲੱਗਾ, ਪਰਮੇਸ਼ਰ ਨੂੰ ਇੱਦਾਂ ਹੀ ਚੰਗਾ ਲੱਗਦਾ ਹੈ। ਜੇ ਅਸੀਂ ਇਹ ਚੀਜ਼ਾਂ ਸਮਝਣੀਆਂ ਚਾਹੁੰਦੇ ਹਾਂ, ਸਾਨੂੰ ਬੱਚਿਆਂ ਵਾਂਗ ਬਣਨਾ ਪੈਣਾ ਹੈ, ਸਾਨੂੰ ਨੀਵੇਂ ਹੋਣਾ ਪੈਣਾ ਹੈ, ਫਿਰ ਉਹ ਸਾਡੇ ਵਾਸਤੇ ਇਹ ਖੋਲ ਦਿੰਦਾ ਹੈ। For such is grace it will be. ਇੱਕਵੀਂ ਆਇਤ ਦੇ ਵਿੱਚ ਲਿਖਿਆ, 22ਵੀਂ ਆਇਤ ਦੇ ਵਿੱਚ ਲਿਖਿਆ, all things have been handed over to me by the Father, and no one knows the Father except the Son, and no one knows except the Father. Jesus ਕਹਿੰਦਾ ਕੋਈ ਵੀ ਪਿਤਾ ਨੂੰ ਜਾਣਦਾ ਨਹੀਂ ਹੈਗਾ, ਇਕੱਲਾ ਪੁੱਤਰ ਹੀ। ਕੋਈ ਪੁੱਤਰ ਨੂੰ ਨਹੀਂ ਜਾਣਦਾ ਹੈਗਾ ਜਿੰਨਾ ਕਿ ਪਰਮੇਸ਼ਰ ਉਹਨਾਂ ਦੀ ਅੱਖਾਂ ਨਹੀਂ ਖੋਲਦਾ ਹੈਗਾ। ਸੋ ਬਹੁਤ ਵਾਰੀ ਆਪਾਂ ਕਈ ਵਾਰੀ ਟਾਈਮ ਬਹੁਤ ਸਪੈਂਡ ਕਰਦੇ ਆ ਲੋਕਾਂ ਨੂੰ, ਉਹਨਾਂ ਨੂੰ ਸਮਝਾਉਣ ਨੂੰ, ਉਹਨਾਂ ਨੂੰ ਦੱਸਣ ਨੂੰ, ਪਰ ਫਿਰ ਵੀ ਦਿਮਾਗ 'ਚ ਨਹੀਂ ਪੈਂਦਾ ਹੈਗਾ। ਇੱਕ ਵਾਰੀ ਮੈਂ 80s ਦੀ ਗੱਲ ਆ, ਮੈਂ ਵੁਲਵਰਹੈਂਪਟਨ ਦੇ ਵਿੱਚ ਇੱਕ ਥਾਂ ਗਿਆ, ਪਤਾ ਨਹੀਂ ਮੈਨੂੰ ਕਿੱਦਾਂ ਇਨਵਾਈਟ ਨਹੀਂ ਕੀਤਾ ਸੀਗਾ, ਅਤੇ ਮੈਂ ਉਹਨਾਂ ਨੂੰ ਖੁਸ਼ਖਬਰੀ ਦੱਸਦਾ ਆ। ਅੱਧਾ ਕੁ ਘੰਟਾ ਲਾਇਆ ਮੈਂ, ਅਤੇ ਜਦੋਂ ਮੈਂ ਅੱਧੇ ਘੰਟਾ ਦਿਖਾ ਕੇ ਗਿਆ, ਮੈਂ ਕਿਹਾ ਹੁਣ ਫੈਸਲਾ ਤੁਹਾਡੇ ਹੱਥ ਵਿੱਚ ਹੈ, ਮੇਰੀ ਜ਼ਿੰਮੇਵਾਰੀ ਮੁੱਕ ਗਈ। ਅਤੇ ਮੈਂ ਕਿਹਾ ਤੁਸੀਂ ਚੂਜ਼ ਕਰਨਾ, ਤੁਸੀਂ ਚੁਣਨਾ ਆ ਬਈ ਤੁਸੀਂ ਕਿੱਦਾਂ ਜਾਣਾ ਆ। ਤੁਸੀਂ ਸਦਾ ਦਾ ਜੀਵਨ ਚੂਜ਼ ਕਰਨਾ ਕਿ ਤੁਸੀਂ ਨਰਕ ਚੂਜ਼ ਕਰਨੇ ਆ। ਉਹ ਮੈਨੂੰ ਕਹਿਣਗੇ ਨਹੀਂ ਜੀ ਸਾਨੂੰ ਨਹੀਂ ਸਮਝ ਲੱਗੀ ਹੈਗੀ। ਮੈਂ 15 ਮਿੰਟ ਫੇਰ ਲਾਏ, ਫੇਰ ਸਮਝਾਇਆ, ਫੇਰ ਸੇਮ ਚੀਜ਼ ਕਹੀ। ਮੈਂ ਕਿਹਾ ਜੀ ਜ਼ਿੰਮੇਵਾਰੀ ਤੁਹਾਡੀ ਆ। ਉਹ ਕਹਿੰਦੇ ਨਹੀਂ ਜੀ ਸਾਨੂੰ ਸਮਝ ਹੀ ਲੱਗੀ। ਤੀਸਰੀ ਵਾਰੀ ਮੈਂ ਫੇਰ ਉਹਨਾਂ ਨੂੰ ਸਮਝਾਇਆ, ਉਹ ਫੇਰ ਇਹੀ ਕਹੀ ਜਾਣ। ਕਾਹਤੇ? ਕਰਕੇ ਉਹ ਜ਼ਿੰਮੇਵਾਰੀ ਨਹੀਂ ਲੈਣੀ ਚਾਹੁੰਦੇ ਸੀਗੇ। ਸਾਡੇ ਡਿਸੀਸ਼ਨਸ ਦੀ, ਸਾਡੇ ਫੈਸਲੇ ਦੀ ਜ਼ਿੰਮੇਵਾਰੀ ਸਾਨੂੰ ਲੈਣੀ ਪੈਣੀ ਆ। ਹੋਰ ਕੋਈ ਨਹੀਂ ਲੈ ਸਕਦਾ ਹੈਗਾ। ਸਾਡਾ ਹਸਬੈਂਡ, ਸਾਡੀ ਵਾਈਫ ਨਹੀਂ ਲੈ ਸਕਦੇ ਹੈਗੇ, ਸਾਡੇ ਨਿਆਣੇ, ਸਾਡੇ ਰਿਸ਼ਤੇਦਾਰ ਨਹੀਂ ਲੈ ਸਕਦੇ ਹੈਗੇ। ਜ਼ਿੰਮੇਵਾਰੀ ਸਾਡਾ ਪਾਸਟਰ ਨਹੀਂ ਲੈ ਸਕਦਾ ਹੈਗਾ। ਪਰਮੇਸ਼ਰ ਨੇ ਫੈਸਲਾ ਸਾਡੇ ਤੋਂ ਲੈਣਾ ਹੈ। ਜਦੋਂ ਅਸੀਂ ਫੈਸਲਾ ਕੀਤਾ, ਅਸੀਂ ਡਿਸਾਈਡ ਕੀਤਾ ਵੀ ਅਸੀਂ ਪਰਮੇਸ਼ਰ ਦੇ ਰਾਸਤੇ ਨੂੰ ਚੁਣਨਾ ਆ,
ਉਦੋਂ ਹੀ ਹੋਣਾ ਹੈ। ਹਮ, Okay? ਕਈ ਕਹਿੰਦੇ ਅਸੀਂ ਜੀ ਪਰਮੇਸ਼ਰ ਦੀ ਵੇਟ ਕਰ ਰਹੇ ਹਾਂ, ਉਹ ਤੁਹਾਡੀ ਵੇਟ ਕਰਦਾ ਹੈ। ਹਮ, ਉਹਨੇ ਜੋ ਕਰਨਾ ਸੀ ਉਹ ਕਰ ਚੁੱਕਾ ਹੈ। Yeah. ਉਹਨੇ ਰਸਤਾ ਬਣਾ ਦਿੱਤਾ ਹੈ। ਬਾਈਬਲ ਆਪਾਂ ਨੂੰ ਦੱਸਦੀ ਹੈ, Jesus said, I am the way, the truth and the life. No one comes to the Father except through me. ਅੱਜ ਤੁਹਾਨੂੰ ਉਹ ਫੈਸਲਾ ਕਰਨ ਦੀ ਜ਼ਰੂਰਤ ਹੈ। ਜੇ ਤੁਸੀਂ ਉਹ ਅੱਜ ਫੈਸਲਾ ਕਰਨਾ ਚਾਹੁੰਦੇ ਆ, ਮੈਂ ਤੁਹਾਡੇ ਨਾਲ ਪ੍ਰੇ ਕਰੂੰਗਾ ਹਮ, ਤੇ ਤੁਹਾਡਾ ਜੀਵਨ ਦੀ ਪੋਥੀ ਦੇ ਵਿੱਚ ਨਾਮ ਲਿਖਿਆ ਜਾਊਗਾ। ਫਿਰ ਤੁਸੀਂ ਨਰਕਾਂ ਨੂੰ ਜਾਣ ਜਾਓਗੇ। ਜਦੋਂ ਅਸੀਂ ਫਿਰ ਦੁਨੀਆ ਛੱਡ ਕੇ ਜਾਣਾ ਆ, ਪਰਮੇਸ਼ਰ ਇਦਾਂ ਨਹੀਂ ਦੇਖਦਾ ਹੈਗਾ ਹਮ, ਵੀ ਅਸੀਂ ਕੀ ਕੰਮ ਕੀਤੇ ਸੀਗੇ ਜਾਂ ਕੀ ਨਹੀਂ ਕੀਤੇ ਸੀਗੇ। ਉਹ ਇਹ ਕੰਮ ਦੇਖਦਾ ਆ ਵੀ ਜਿਹੜਾ ਮੈਂ ਰਸਤਾ ਬਣਾਇਆ ਸੀ, ਇਹਨੇ ਚੁਣਿਆ ਕਿ ਨਹੀਂ, ਇਹਨਾਂ ਦਾ ਨਾਂ ਜੀਵਨ ਦੀ ਪੋਥੀ ਦੇ ਵਿੱਚ ਲਿਖਿਆ ਕਿ ਨਹੀਂ। ਆਪਾਂ ਪ੍ਰਕਾਸ਼ ਦੀ ਪੋਥੀ ਵਿੱਚੋਂ ਇਹੀ ਪੜ੍ਹਿਆ ਸੀਗਾ, ਹਮ, ਉਹਦਾ 20ਵਾਂ ਚੈਪਟਰ ਉਹਦੀ 15ਵੀਂ ਆਇਤ ਦੇ ਵਿੱਚੋਂ। ਉਹਦੇ ਵਿੱਚੋਂ ਹੀ ਪਾਦੇ ਆ, ਉਸ ਪੋਥੀ ਵਿੱਚ ਦੇਖਦੇ ਆ। ਜ਼ਰੂਰ ਜਿਹੜੇ ਅਸੀਂ ਕੰਮ ਕੀਤੇ ਉਹਨਾਂ ਦਾ ਸਾਨੂੰ ਇਨਾਮ ਮਿਲਣਾ ਹੈ, ਜਿਹੜੇ ਚੰਗੇ ਕੰਮ ਕੀਤੇ ਉਹਦਾ ਇਨਾਮ ਮਿਲਣਾ ਹੈ। ਹਮ, ਪਰ ਜੀਵਨ ਪਰਮੇਸ਼ਰ ਦੇ ਨਾਲ ਤਾਂ ਹੀ ਮਿਲਣਾ ਜੇ ਸਾਡਾ ਨਾਂ ਜੀਵਨ ਦੀ ਪੋਥੀ ਦੇ ਵਿੱਚ ਲਿਖਿਆ ਹੈ। ਸੋ ਸੁਰਿੰਦਰ ਆਪਣੇ ਵਾਸਤੇ ਹੁਣ 2 ਚੀਜ਼ਾਂ ਸਮਾਪਤ ਕਰੂਗੀ, ਤਾਂ ਮੈਂ ਫਿਰ ਮੁੜ ਕੇ ਫੇਰ ਲਊਂਗਾ। ਫਿਰ ਮੈਂ 2 ਬਚਨ ਫਿਰ ਸਮਝਾ ਕੇ ਤੇ ਮੈਂ ਪ੍ਰੇ ਕਰੂੰਗਾ ਜਿਹੜੇ ਜੀਵਨ ਦੀ ਪੋਥੀ ਤੇ ਪਾਉਣਾ ਚਾਹੁੰਦੇ ਆ। ਫਿਰ ਦੂਸਰਿਆਂ ਵਾਸਤੇ ਵੀ ਆਪਾਂ ਪ੍ਰੇ ਕਰਾਂਗੇ, ਜਿੰਨੇ ਵੀ ਬਿਮਾਰੀਆਂ ਦੇ ਵਿੱਚ ਫਸੇ ਹੋਏ ਆ, ਜਿੰਨੇ ਵੀ ਇਸ ਵੇਲੇ ਸ਼ੈਤਾਨ ਦੇ ਡਿਪਰੈਸ਼ਨ ਆਪਰੇਸ਼ਨ ਦੇ ਤਲੇ ਆਏ ਆ, ਆਪਾਂ ਪ੍ਰੇ ਕਰਨੀ ਹੈ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਆਜ਼ਾਦ ਕਰ ਦੇਣਾ। Amen. ਜਗਦੀਸ਼ ਨੇ ਆਜ਼ਾਦ ਨਹੀਂ ਕਰਨਾ ਹੈਗਾ, ਪਰ ਯਿਸੂ ਮਸੀਹ ਨੇ ਤੁਹਾਨੂੰ ਆਜ਼ਾਦ ਕਰ ਦੇਣਾ। Yes. ਤਾਂ ਵੀ ਚੰਗਾ ਕਰਕੇ ਜਗਦੀਸ਼ ਕੱਲਾ ਹੀ ਤੇ ਵੁਲਵਰਹੈਂਪਟਨ ਆ, ਪਰ ਜੀਸਸ ਜਿੱਥੇ ਤੁਸੀਂ ਹੈਗੇ ਉੱਥੇ ਆ, Amen. ਐ ਤੁਹਾਡੇ ਨਾਲ ਖੜਾ ਹੈ। Praise the Lord. ਇਸ ਕਰਕੇ ਤੁਹਾਨੂੰ ਉਹ ਫ੍ਰੀ ਕਰ ਸਕਦਾ ਹੈ। Yes. ਆਮੇਨ। Amen. ਕਿੰਨੀ ਵੱਡੀ ਭੇਟ ਦੀ ਗੱਲ ਵਾ, ਤੇ ਪ੍ਰਭੂ ਦਾ ਅਸੀਂ ਬਹੁਤ ਧੰਨਵਾਦ, ਪ੍ਰਭੂ ਦਾ ਬਹੁਤ ਸ਼ੁਕਰ ਕਰਦੇ ਹਾਂ। ਤੇ ਸੱਚੀ ਗੱਲ ਵਾ ਕਿ ਜਿੱਦਾਂ ਪਤਰਸ ਨੇ ਕਿਹਾ ਕਿ ਸਾਡੇ ਕੋਲ ਸੋਨਾ ਤੇ ਚਾਂਦੀ ਨਹੀਂ ਹੈਗੀ, ਪਰ ਮੇਰੀ ਸਮਝ ਦੇ ਵਿੱਚ ਅੱਜ ਇਹ ਆਉਂਦਾ ਕਿ ਬਹੁਤ ਸਾਰੇ ਅਸੀਂ ਭੈਣ ਭਰਾ, ਅਸੀਂ ਆਪ ਸਾਰੇ ਜਣੇ ਅੱਜ ਇਸ ਅਖਿਆਈ ਦੇ ਟਾਈਮ ਦੇ ਵਿੱਚ ਵੀ ਯਿਸੂ ਮਸੀਹ ਵੱਲ ਨੂੰ ਨਹੀਂ ਮੁੜ ਰਹੇ, ਪਰ ਧਨ ਵੱਲ ਨੂੰ ਮੁੜ ਰਹੇ ਹਾਂ। ਜ਼ਰੂਰ ਸਾਨੂੰ ਬਾਈਬਲ ਦੱਸਦੀ ਹੈ ਕੰਮ ਕਰਨ ਦੀ ਲੋੜ ਆ, ਸਾਨੂੰ ਜ਼ਰੂਰ ਬਚਨ ਦੱਸਦਾ ਹੈ ਸਾਨੂੰ ਪੜ੍ਹਨ ਦੀ ਲੋੜ ਆ, ਜ਼ਰੂਰ ਬਚਨ ਦੱਸਦਾ ਹੈ ਸਾਨੂੰ ਇਸ ਦੁਨੀਆ ਦੇ ਵਿੱਚ ਰਹਿਣ ਲਈ ਚੀਜ਼ਾਂ ਦੀ ਲੋੜ ਆ। ਆਮੇਨ। ਪਰ ਜਿੱਦਾਂ ਪਤਰਸ ਉਹਨਾਂ ਦੇ ਕੋਲ ਕੀ ਹੈ ਨਹੀਂ ਸੀਗਾ, ਧਨ ਹੈ ਨਹੀਂ ਸੀਗਾ, ਪਰ ਫਿਰ ਵੀ ਉਸ ਲੰਗੜੇ ਦੀ ਜਿਹਨੂੰ ਜ਼ਰੂਰਤ ਸੀ ਤੁਰਨ ਦੀ, ਹੀਲਿੰਗ ਦੀ ਜ਼ਰੂਰਤ ਸੀ, ਉਹ ਯਿਸੂ ਮਸੀਹ ਦੇ ਨਾਂ ਦੇ ਵਿੱਚ ਪੂਰੀ ਹੋ ਗਈ। ਆਮੇਨ। ਦੈਟਸ ਰਾਈਟ। ਤੇ ਆਪਣੇ ਕੋਲ ਕਈ ਵਾਰੀ ਬਹੁਤ ਧਨ ਹੋ ਸਕਦਾ ਹੈ, ਬਹੁਤ ਵਿਜ਼ਡਮ ਹੋ ਸਕਦੀ ਹੈ, ਕੁਛ ਰੋਂਗ ਨਹੀਂ ਧਨ ਲੈਣ ਨੂੰ, ਕੁਛ ਗਲਤ ਨਹੀਂ ਕੰਮ ਕਰਨ ਨੂੰ, ਵਿਜ਼ਡਮ ਲੈਣ ਨੂੰ ਕੁਛ ਰੋਂਗ ਨਹੀਂ, ਪਰ ਉਹਨਾਂ ਚੀਜ਼ਾਂ ਦੇ ਵਿੱਚ ਸਾਡਾ ਭਰੋਸਾ ਨਾ ਬਣ ਜਾਵੇ। ਕਿਉਂਕਿ ਮੈਂ ਇੱਦਾਂ ਕਹਿੰਦੀ ਹੁੰਦੀ ਹਾਂ, ਜਿਹੜੀਆਂ ਇਹ ਚੰਗੀਆਂ ਚੀਜ਼ਾਂ ਆ ਇਹ ਵੀ ਪਰਮੇਸ਼ਰ ਵੱਲੋਂ ਹੀ ਆਉਂਦੀਆਂ ਆ, ਪਰ ਜੇ ਅਸੀਂ ਪਰਮੇਸ਼ਰ ਤੋਂ ਪਹਿਲਾਂ ਇਹਨਾਂ ਦੇ ਉੱਤੇ ਭਰੋਸਾ ਰੱਖ ਲਿਆ, ਫਿਰ ਸਾਡੇ ਲਈ ਖਤਰਾ ਆ। ਸੋ ਇਸ ਕਰਕੇ ਉਹਨਾਂ ਦੇ ਕੋਲ ਆਪਾਂ ਇਹ ਸਬੂਤ ਦੇਖ ਲਿਆ ਵੀ ਉਹਨਾਂ ਕੋਲ ਸੋਨਾ ਚਾਂਦੀ ਨਹੀਂ ਸੀ, ਪਰ ਜਿਹੜਾ ਨਾਂ ਹੈਗਾ ਸੀਗਾ ਉਹ ਯਿਸੂ ਮਸੀਹ ਦਾ ਨਾਂ ਸੀ, ਉਹਦੇ ਵਿੱਚ ਉਹਨਾਂ ਕੋਲ ਸ਼ਕਤੀ ਸੀਗੀ, ਤੇ ਉਹਨਾਂ ਨੇ ਅਖਤਿਆਰ ਦੇ ਦਿੱਤਾ, ਅਖਤਿਆਰ ਦਿਖਾ ਲਿਆ ਤੇ ਹੁਕਮ ਦੇ ਕੇ ਉਹਨੂੰ ਖੜਾ ਕਰ ਦਿੱਤਾ। ਪੈਸਿਆਂ ਤੋਂ ਬਗੈਰ, ਚਾਂਦੀ ਤੋਂ ਬਗੈਰ ਸਾਡਾ ਸਰ ਸਕਦਾ ਜਿੱਥੇ ਪਰਮੇਸ਼ਰ ਦੇ ਨਾਂ ਨੂੰ ਅਸੀਂ ਵਡਿਆਈ ਲੈ ਕੇ ਆਉਂਦੇ ਹਾਂ। ਚੇਤਾ ਰੱਖਿਓ, ਮੈਂ ਇੱਦਾਂ ਨਹੀਂ ਕਹਿੰਦੀ ਤੁਹਾਨੂੰ ਪੈਸਾ ਰੱਖਣਾ ਪਾਪ ਆ, ਮੈਂ ਇੱਦਾਂ ਨਹੀਂ ਕਹਿੰਦੀ ਤੁਹਾਨੂੰ ਪੜ੍ਹਨਾ ਪਾਪ ਆ, ਤੁਹਾਡੇ ਕੋਲ ਨੌਲੇਜ ਨਹੀਂ ਹੋਣੀ ਚਾਹੀਦੀ, ਪਰ ਸਾਰਿਆਂ ਤੋਂ ਪਹਿਲਾਂ ਯਿਸੂ ਮਸੀਹ ਸਾਡੇ ਜੀਵਨ ਦੇ ਵਿੱਚ ਹੋਣਾ ਚਾਹੀਦਾ ਹੈ। ਸਾਡਾ ਭਰੋਸਾ ਉਹਨਾਂ ਦੇ ਉੱਤੇ ਹੋਣਾ ਚਾਹੀਦਾ। ਸਾਡੀ ਸਮਝ ਥੋੜ੍ਹੇ ਚਿਰ ਦੀ ਆ, ਸਾਡਾ ਪੈਸਾ ਇੱਕ ਸਕਿੰਟ ਦੇ ਵਿੱਚ ਨਾਸ਼ ਹੋ ਸਕਦਾ ਹੈ, ਪਰ ਯਿਸੂ ਮਸੀਹ ਦਾ ਨਾਂ ਜਿਹੜਾ ਆ ਉਹ ਹਮੇਸ਼ਾ ਤੱਕ ਜੀਂਦਾ ਰਹਿੰਦਾ ਹੈ। ਦੈਟਸ ਰਾਈਟ। ਤੁਸੀਂ ਕਹਿਣਾ ਫਿਰ ਕੀ ਕਰੀਏ? ਤੁਸੀਂ ਆਪ 4 ਸਵੇਰੇ ਇਸ ਵੇਲੇ ਦੇਖੋ, ਪਤਾ ਨਹੀਂ ਲੱਗਦਾ ਕਿਹੜੀ ਮੌਤ ਕਿਹਦੇ ਤੇ ਕਦੋਂ ਆ ਰਹੀ ਹੈ।
ਚਾਰ ਸਪੇਰੇ ਲੜਾਈਆਂ ਲੱਗ ਰਹੀਆਂ ਆ, ਚਾਰ ਸਪੇਰੇ ਖਤਰਾ ਖੜਾ ਆ, ਪਰ ਸਾਡੀਆਂ ਅੱਖਾਂ ਕਾਹਦੇ ਉੱਤੇ ਆ? ਕੀ ਅਸੀਂ ਆਪਣਾ ਭਰੋਸਾ ਯਿਸੂ ਮਸੀਹ ਤੇ ਰੱਖਿਆ ਹੈ? ਕੀ ਅਸੀਂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਬਣਾ ਲਿਆ ਹੈ? ਉਹਦਾ ਕੀ ਮਤਲਬ? ਜੇ ਅੱਜ ਮੇਰੀ ਜਾਂ ਤੁਹਾਡੀ ਕਿਸੇ ਦੀ ਵੀ ਇੱਕ ਦੀ ਮੌਤ ਆ ਜਾਵੇ, ਸਾਰਾ ਧਨ ਇੱਥੇ ਰਹਿ ਜਾਣਾ ਹੈ, ਸਾਰੀ ਮੇਰੀ ਪੜ੍ਹਾਈ, ਮੇਰੀ ਵਿਜ਼ਡਮ ਇੱਥੇ ਰਹਿ ਜਾਣੀ ਹੈ। ਪਰ ਇੱਕ ਚੀਜ਼ ਮੇਰੇ ਨਾਲ ਜਾਣੀ ਆ, ਜਿਹੜਾ ਮੈਂ ਫੈਸਲਾ ਕੀਤਾ ਹੋਇਆ, ਕੀ ਮੇਰਾ ਨਾਮ ਪੋਥੀ ਦੀ, ਜੀਵਨ ਦੀ ਪੋਥੀ ਵਿੱਚ ਹੋਊਗਾ? ਤੁਸੀਂ ਕਹਿਣਾ ਜੀਵਨ ਦੀ ਪੋਥੀ ਕਿੱਦਾਂ ਸਾਨੂੰ ਪਤਾ ਉਹਦੇ ਵਿੱਚ ਨਾਂ ਹੈ? ਮੈਨੂੰ ਵੀ ਨਹੀਂ ਪਤਾ, ਮੈਂ ਵੀ ਨਹੀਂ ਅਸਮਾਨ ਦੇ ਵਿੱਚ ਜਾ ਕੇ ਦੇਖਿਆ, ਪਰ ਜੋ ਬਾਈਬਲ ਦੇ ਵਿੱਚ ਲਿਖਿਆ ਆ ਕਿ ਯਿਸੂ ਮਸੀਹ ਮੇਰੀ ਪਾਪਾਂ ਦੀ ਖਾਤਰ ਮਰ ਗਏ ਤੇ ਉਹਨਾਂ ਨੇ ਮੇਰਾ ਰਿਸ਼ਤਾ ਪਿਤਾ ਦੇ ਨਾਲ ਜੋੜ ਦਿੱਤਾ, ਆਪਣਾ ਖੂਨ ਬਹਾ ਕੇ, ਆਪਣੀ ਪਵਿੱਤਰ ਜੀਵਨ ਦੇ ਕੇ। ਤੇ ਜੇ ਮੈਂ ਇਸ ਕੁਰਬਾਨੀ ਨੂੰ ਆਪਣੇ ਜੀਵਨ ਵਿੱਚ ਸਮਝ ਲੈਂਦੀ ਆ, ਇਸ ਭੇਤ ਨੂੰ ਜਾਣ ਲੈਂਦੀ ਆ, ਤੇ ਫਿਰ ਮੇਰਾ ਜੀਵਨ ਦੀ ਪੋਥੀ ਵਿੱਚ ਨਾਂ ਲਿਖਿਆ ਜਾਣਾ ਹੈ। ਤੇ ਤੁਹਾਡਾ ਵੀ। ਸਾਡੇ ਕੰਮਾਂ ਦੇ ਥਾਣੀ ਨਹੀਂ, ਸਾਡੀ ਵਿਜ਼ਡਮ ਦੇ ਥਾਣੀ ਨਹੀਂ, ਸਾਡੇ ਧਨ ਦੇ ਥਾਣੀ ਨਹੀਂ, ਕਿਉਂਕਿ ਇਹ ਸਾਰੀਆਂ ਚੀਜ਼ਾਂ ਨਾਸ਼ ਹੋਣ ਵਾਲੀਆਂ ਹੈ। ਇੱਕੋ ਹੀ ਨਾਂ ਆ ਜਿਹੜਾ ਕਾਇਮ ਰਹਿਣਾ ਆ ਤੇ ਜਿਹੜਾ ਸਾਨੂੰ ਬਚਾ ਸਕਦਾ, ਉਹ ਹੈਗਾ ਯਿਸੂ ਮਸੀਹ ਦਾ ਨਾਂ। ਤੇ ਉਸੇ ਨਾਂ ਦੀ ਅਸੀਂ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਾਂ। ਚਾਹੇ ਤੁਸੀਂ ਇਸ ਚੀਜ਼ ਦੇ ਉੱਤੇ ਯਕੀਨ ਕਰੋ ਜਾਂ ਨਾ ਕਰੋ, ਇਹ ਤੁਹਾਡਾ ਫੈਸਲਾ ਹੋਣਾ ਹੈ, ਪਰ ਆਪਾਂ ਸਾਰੇ ਰਲ ਕੇ ਇਹੀ ਵੱਡੀ ਖੁਸ਼ਖਬਰੀ ਦਾ ਹੁਕਮ ਦਿੰਦੇ ਹਾਂ। ਤੇ ਇਹਦੇ ਵਿੱਚ ਹੀ ਪਰਮੇਸ਼ਰ ਨੇ ਸਾਨੂੰ ਹੁਕਮ ਦਿੱਤਾ ਆ ਕਿ ਤੁਸੀਂ ਮੇਰੇ ਨਾਂ ਦੀ ਖੁਸ਼ਖਬਰੀ ਸੁਣਾਓ। ਆਮੀਨ। ਕੀ ਦੁਨੀਆ ਦੇ ਵਿੱਚ ਆਪਾਂ ਨੂੰ ਹੋਰ ਚੀਜ਼ਾਂ ਚਾਹੀਦੀਆਂ ਜਾਂ ਨਹੀਂ? ਸਭ ਕੁਝ ਚਾਹੀਦਾ ਹੈ, ਪਰ ਹੀ ਇਜ਼ ਮਾਈ ਪ੍ਰੋਵਾਈਡਰ, ਉਹ ਮੇਰੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦਾ। ਪਰ ਇਹਦਾ ਮਤਲਬ ਇਹ ਨਹੀਂ ਤੁਸੀਂ ਸੋਫਿਆਂ ਤੇ ਲਿਟਣ ਲੱਗ ਪਵੋ ਕਿ ਸਾਰੀਆਂ ਚੀਜ਼ਾਂ ਪ੍ਰਭੂ ਨੇ ਪ੍ਰੋਵਾਈਡ ਕਰ ਦੇਣੀਆਂ। ਪ੍ਰਭੂ ਤੁਹਾਨੂੰ ਵਿਜ਼ਡਮ ਦਿੰਦਾ ਹੈ, ਪ੍ਰਭੂ ਤੁਹਾਡੇ ਬੇਲੇ ਸਹਿ ਤੁਹਾਡੇ ਨਾਲ ਗੱਲ ਕਰਦਾ ਹੈ, ਪਰ ਕਦੋਂ ਗੱਲ ਸੁਣਦੀ ਆ? ਜਦੋਂ ਅਸੀਂ ਉਹਦੀ ਹਜ਼ੂਰੀ ਦੇ ਵਿੱਚ ਬੈਠਦੇ ਹਾਂ, ਉਹਦੇ ਬਚਨਾਂ ਨੂੰ ਪੜ੍ਹਦੇ ਹਾਂ, ਉਹਦੀ ਨੌਲੇਜ ਲੈਂਦੇ ਹਾਂ, ਤੇ ਉਹ ਸਾਡੇ ਰਾਹਾਂ ਨੂੰ ਗਾਈਡ ਕਰਦਾ। ਉਹ ਕਹਿੰਦਾ ਦੇਖ, ਮੈਂ ਤੇਰੇ ਤੇ ਧਿਆਨ ਰੱਖ ਕੇ ਤੈਨੂੰ ਸਮਝ ਦਊਂਗਾ ਕਿ ਤੂੰ ਕਿਹੜੇ ਰਾਹ ਤੇ ਜਾਣਾ ਹੈ। ਬਹੁਤ ਸਾਰੇ ਬੱਚਿਆਂ ਨੂੰ ਜਿਹੜੇ ਸਾਨੂੰ ਦੱਸਦੇ ਆ, ਕਈ ਕਹਿੰਦੇ ਜੇ ਪਰਮੇਸ਼ਰ ਇਦਾਂ ਆ ਤੇ ਫਿਰ ਸਾਨੂੰ ਕੰਮ ਕਰਨ ਦੀ ਲੋੜ ਨਹੀਂ। ਇੱਕ ਵੀ ਵਚਨ ਨਹੀਂ ਲਿਖਿਆ ਆ ਜਿੱਥੇ ਲਿਖਿਆ ਤੁਸੀਂ ਕੰਮ ਨਾ ਕਰੋ। ਜਿਹੜੇ ਪਾਸਟਰਸ ਆ ਜਾਂ ਪ੍ਰੀਚਰ ਉਹ ਵੀ ਇੱਕ ਕੰਮ ਕਰਦੇ ਆ। ਕੀ ਕੰਮ ਕਰਦੇ? ਖੁਸ਼ਖਬਰੀ ਲੋਕਾਂ ਨੂੰ ਸੁਣਾਉਂਦੇ ਆ, ਲੋਕਾਂ ਵਾਸਤੇ ਪ੍ਰਾਰਥਨਾਵਾਂ ਕਰਦੇ ਆ। ਇਹ ਵੀ ਬਹੁਤ ਵੱਡੀ ਜੌਬ ਆ। ਤੁਹਾਨੂੰ ਪਰਮੇਸ਼ਰ ਨੇ ਕਿਹੜੀ ਜੌਬ ਦੇ ਵਿੱਚ ਰੱਖਿਆ? ਜੇ ਤੁਸੀਂ ਕੰਮ ਤੇ ਆ, ਤੁਸੀਂ ਉੱਥੇ ਵੀ ਪਰਮੇਸ਼ਰ ਦੀ ਖੁਸ਼ਖਬਰੀ ਸੁਣਾ ਸਕਦੇ ਹੋ। ਪਰ ਬਹੁਤ ਜ਼ਿਆਦਾ ਜ਼ਰੂਰਤ ਵਾ ਅਸੀਂ ਆਪਣੀਆਂ ਅੱਖਾਂ ਹੋਰਨਾਂ ਚੀਜ਼ਾਂ ਜਿਹੜੀਆਂ ਨਾਸ਼ ਹੋਣ ਵਾਲੀਆਂ ਉਹਨਾਂ ਤੋਂ ਚੱਕ ਕੇ ਪਹਿਲੀ ਚੀਜ਼ ਜਿਹੜਾ ਯਿਸੂ ਮਸੀਹ ਦਾ ਨਾਂ, ਜਿਹੜਾ ਸਦਾ ਕਾਇਮ ਰਹਿਣ ਵਾਲਾ ਆ, ਜਿਹਦੇ ਰਾਹੀਂ ਸਾਡਾ ਨਾਂ, ਜਿਹੜਾ ਸਾਡਾ ਨਾਂ ਆ, ਸਾਡਾ ਜੀਵਨ ਆ, ਜਿਹੜਾ ਉਹਦੇ ਨਾਲ ਸੰਬੰਧ ਰੱਖਦਾ ਆ ਕਿ ਸਾਡੇ ਉਸ ਜੀਵਨ ਦੀ ਪੋਥੀ ਵਿੱਚ ਨਾਂ ਲਿਖਿਆ ਜਾਣਾ ਆ, ਤੇ ਅਸੀਂ ਉਹਦੇ ਵੱਲ ਧਿਆਨ ਦੇਈਏ। ਤੁਸੀਂ ਆਪਣੇ ਜੀਵਨ ਨੂੰ ਜੱਜ ਕਰੋ। ਮੈਨੂੰ ਆਪਣਾ ਜੀਵਨ ਜੱਜ ਕਰਨ ਦੀ ਲੋੜ ਵਾ, ਪਰ ਬਹੁਤ ਵਾਰੀ ਅਸੀਂ ਦੂਜਿਆਂ ਦੇ ਜੀਵਨ ਨੂੰ ਛੇਤੀ ਜੱਜ ਕਰਨਾ ਚਾਹੁੰਦੇ ਹਾਂ। ਪਰ ਕੀ ਫੈਸਲਾ ਤੁਹਾਡਾ ਆ? ਅੱਜ ਸੋਚ ਆ, ਬਹੁਤ ਔਖਾ ਅੱਖਰ ਵਾ ਕਿ ਜੇ ਅੱਜ ਮੇਰੀ ਜਾਂ ਤੁਹਾਡੀ ਮੌਤ ਹੋ ਜਵੇ ਤਾਂ ਆਪਾਂ ਕਿੱਥੇ ਜਾਣਾ ਹੈ? ਤਾਂ ਕਿ ਜਿੱਦਾਂ ਆਪਾਂ ਰੈਵਲੇਸ਼ਨ ਦੇ ਵਿੱਚ ਪੜ੍ਹ ਕੇ ਹਟੇ, ਪ੍ਰਕਾਸ਼ ਦੀ ਪੋਥੀ ਵਿੱਚ, ਕਿ ਜਿਨ੍ਹਾਂ ਦਾ ਉਸ ਪੋਥੀ ਦੇ ਵਿੱਚ ਨਾਂ ਨਾ ਲਿਖਿਆ ਹੋਇਆ ਤੇ ਉਹਨਾਂ ਦਾ ਹਿੱਸਾ ਕਿੱਥੇ ਹੋਣਾ ਆ? ਅੱਗ ਦੀ ਬਲਦੀ, ਅੱਗ ਦੀ ਝੀਲ, ਜਿਹਨੂੰ ਸਾਡੀ ਕੌਮ, ਪੰਜਾਬੀ ਲੋਕ ਨਰਕ ਕਹਿੰਦੇ ਆ। ਉਹ ਸਦਾ ਵਾਸਤੇ ਹੋਣੀ ਆ। ਜ਼ਰੂਰ ਇਹ ਡਰਾਉਣੀ ਆ। ਜੇ ਅੱਜ ਤੁਸੀਂ ਡਰ ਜਾਓ ਤੇ ਮੈਂ ਕਹਿੰਦੀ ਆਪਾਂ ਨੂੰ ਸਾਵਧਾਨ ਹੋਣਾ ਚਾਹੀਦਾ ਹੈ। ਸਾਨੂੰ ਹੁਸ਼ਿਆਰ ਹੋਣ ਦੀ ਲੋੜ ਵਾ ਤੇ ਅਸੀਂ ਹੁਸ਼ਿਆਰ ਹੋ ਜਾਈਏ। ਕਿੰਨਾ ਸੌਖਾ ਆ ਕਬੂਲ ਕਰਨਾ ਪ੍ਰਭੂ ਯਿਸੂ ਮਸੀਹ ਨੂੰ। ਤੁਸੀਂ ਜੋ ਮਰਜ਼ੀ ਕੰਮ ਕਰ ਸਕਦੇ ਆ। ਤੁਹਾਨੂੰ ਪੈਸਿਆਂ ਤੋਂ ਪ੍ਰਭੂ ਰੋਕਦਾ ਨਹੀਂ, ਤੁਹਾਨੂੰ ਖਾਣ ਪੀਣ ਤੋਂ ਰੋਕਦਾ ਨਹੀਂ, ਪਰ ਪ੍ਰਭੂ ਤੁਹਾਨੂੰ ਵਿਜ਼ਡਮ ਦਿੰਦਾ ਆ ਤੇ ਪ੍ਰਭੂ ਤੁਹਾਨੂੰ ਨੌਲੇਜ ਦਿੰਦਾ ਆ। ਪ੍ਰਭੂ ਤੁਹਾਨੂੰ ਵਰਤਣਾ ਚਾਹੁੰਦਾ ਆ। ਪ੍ਰਭੂ ਤੁਹਾਨੂੰ ਪਿਆਰ ਕਰਦਾ ਆ। ਉਸ ਬਲ ਦੀ ਅੱਗ ਚੋਂ ਬਚਾਉਣਾ ਚਾਹੁੰਦਾ ਹੈ। ਸੋ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਤੂੰ ਆਪਣੀ ਸਮਝ ਤੇ ਇਤਬਾਰ ਨਾ ਕਰ, ਪਰ ਉਸ ਪਰਮੇਸ਼ਰ ਦੇ ਉੱਤੇ
ਕਰ ਜਿਹੜਾ ਤੈਨੂੰ ਬਚਾ ਸਕਦਾ ਆ। ਸੋ ਸਾਨੂੰ ਪਰਮੇਸ਼ਰ ਨੇ, ਜਦੋਂ ਅਸੀਂ ਉਹਦੇ ਧੀਆਂ ਪੁੱਤ ਬਣ ਜਾਂਦੇ, ਜਦੋਂ ਅਸੀਂ ਉਹਨੂੰ ਆਪਣੇ ਦਿਲ ਵਿੱਚ ਕਬੂਲ ਕਰ ਲੈਂਦੇ ਆ, ਫਿਰ ਉਹ ਕਹਿੰਦਾ ਮੈਂ ਤੁਹਾਨੂੰ ਇਖਤਿਆਰ ਦਿੱਤਾ, ਸ਼ਕਤੀ ਦਿੱਤੀ ਆ ਠੂਹਿਆਂ ਨੂੰ ਲਿਤਾੜਨ ਦੀ, ਬੁਰਿਆਂ ਕੰਮਾਂ ਤੇ ਲੋਕਾਂ ਨੂੰ ਛਡਾਉਣ ਦੀ, ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ। ਇਹ ਉਦਾਂ ਹੀ ਆ, ਜੇ ਤੁਹਾਡੀ ਫੈਮਿਲੀ ਦੇ ਵਿੱਚ ਨਿਆਣੇ ਨਾ ਹੋਣ ਤੇ ਗੁਆਂਢੀ ਆ ਕੇ ਤੁਹਾਡੇ ਨਿਆਣੇ ਤੁਹਾਤੋਂ ਇਖਤਿਆਰ ਨਹੀਂ ਲੈ ਸਕਦੇ। ਤੁਹਾਡੇ ਜਿਹੜੇ ਆਪਣੇ ਫੈਮਿਲੀ ਦੇ ਮੈਂਬਰਸ ਆ, ਆਪਣੇ ਬੱਚੇ ਆ, ਉਹੋ ਹੀ ਤੁਹਾਡਾ ਨਾਂ ਲੈ ਕੇ ਵਰਤਦੇ ਆ, ਉਹੋ ਹੀ ਕਹਿੰਦੇ ਮੈਂ ਫਲਾਣੇ ਦਾ ਪੁੱਤ ਹਾਂ, ਮੈਂ ਫਲਾਣੇ ਦੀ ਧੀ ਹਾਂ, ਤੇ ਉਹ ਤੁਹਾਡੇ ਨਾਂ ਦੇ ਮਗਰ ਜਾਂਦੇ ਆ। ਇਸੇ ਤਰ੍ਹਾਂ ਜਦੋਂ ਸਾਡਾ ਨਾਂ ਉਹਦੀ ਪੋਥੀ ਵਿੱਚ ਲਿਖਿਆ ਗਿਆ ਤੇ ਫਿਰ ਸਾਨੂੰ ਵੀ ਉਹਦੇ ਨਾਂ ਦੇ ਵਿੱਚ ਇਖਤਿਆਰ ਦਿੱਤਾ ਜਾਂਦਾ ਹੈ, ਤੇ ਅਸੀਂ ਵੀ ਫਿਰ ਉਹਦਾ ਨਾਂ ਲੈ ਕੇ ਲੋਕਾਂ ਕੋਲ ਜਾ ਸਕਦੇ। ਜਿੱਦਾਂ ਪਾਸਟਰ ਜੀ ਨੇ ਕਿਹਾ, ਪੁਲਿਸ ਆਫੀਸਰ ਕੋਲ ਕੋਈ ਇੰਨੀ ਸ਼ਕਤੀ ਨਹੀਂ ਹੁੰਦੀ ਹੈਗੀ, ਪਰ ਇਖਤਿਆਰ ਦਿੱਤਾ ਆ ਕਿ ਉਹਦੀ ਵਰਦੀ ਨੂੰ ਦੇਖ ਕੇ, ਉਹਦੇ ਮਗਰ ਗੌਰਮੈਂਟ ਦਾ ਬਿੱਲਾ ਲੱਗਾ ਆ, ਉਹਦੇ ਉੱਤੇ ਬੈਜ ਲੱਗਾ ਆ ਕਿ ਹਾਂ ਇਹ ਬੰਦੇ ਦੀ ਪਛਾਣ ਆ। ਕਿ ਮੇਰੀ ਤੁਹਾਡੀ ਪਛਾਣ ਹੈਗੀ ਆ ਵੀ ਅਸੀਂ ਯਿਸੂ ਮਸੀਹ ਦੇ ਹਾਂ, ਯਿਸੂ ਮਸੀਹ ਦੇ ਧੀਆਂ ਪੁੱਤ ਹਾਂ? ਜੇ ਹੈਗੇ ਆ ਤੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੋ ਸਾਡੇ ਲਈ, ਤੇ ਇਹਨੂੰ ਆਪਾਂ ਗਵਾਉਣਾ ਨਹੀਂ। ਪੁਲਿਸ ਆਫੀਸਰ ਜਦੋਂ ਗਲਤੀ ਕਰ ਲੈਂਦੇ ਆ, ਉਹ ਵਰਦੀ ਉਹਨਾਂ ਤੋਂ ਲੈ ਲਈ ਜਾ ਸਕਦੀ ਆ। ਅੱਜ ਆਪਾਂ ਗਵਾਉਣੀ ਨਹੀਂ, ਪਰ ਜੇ ਨਹੀਂ ਵੀ ਹੈਗੀ, ਜੇ ਅੱਜ ਅਸੀਂ ਕੁਛ ਗਲਤ ਕਰ ਬੈਠੇ ਆ, ਸਾਨੂੰ ਅੱਜ ਵੀ ਮਾਫੀ ਦਾ ਮੌਕਾ ਹੈਗਾ ਆ। ਅੱਜ ਵੀ ਅਸੀਂ ਉਹਦੇ ਵੱਲ ਨੂੰ ਮੁੜ ਸਕਦੇ ਆ, ਕਿਉਂਕਿ ਉਹਦੇ ਬੂਹੇ ਹਰ ਵੇਲੇ ਖੁੱਲੇ ਆ। ਉਹ ਪਿਆਰ ਕਰਦਾ ਹੈ ਆਪਾਂ ਨੂੰ, ਉਹ ਨਹੀਂ ਚਾਹੁੰਦਾ ਕੋਈ ਵੀ ਨਾਸ਼ ਹੋਵੇ। ਸੋ ਤੁਹਾਨੂੰ ਵੀ ਉਹੋ ਹੀ ਨਾਂ ਦੇਣਾ ਚਾਹੁੰਦਾ ਆ, ਉਹੋ ਹੀ ਸ਼ਕਤੀ ਦੇਣਾ ਚਾਹੁੰਦਾ ਹੈ। ਉਹ ਕਿਸੇ ਨਾਲ ਫਰਕ ਨਹੀਂ ਕਰਦਾ। ਸੋ ਤੁਸੀਂ ਚਾਹੇ ਪੜ੍ਹੇ ਆ ਚਾਹੇ ਅਨਪੜ੍ਹ ਆ, ਪਰ ਆਪਣੇ ਆਪ ਨੂੰ ਪੜ੍ਹ ਕੇ ਹਲੀਮੀ ਦੇ ਵਿੱਚ ਹੋ ਕੇ ਕਿ ਮੇਰੇ ਕੋਲ ਹੋਰ ਕੋਈ ਰਾਹ ਨਹੀਂ ਹੈਗਾ ਜਿਹਦੇ ਰਾਹੀਂ ਮੈਂ ਬਚ ਸਕਦਾ ਹਾਂ। ਮੈਂ ਆਪਣੇ ਧਨ ਨਾਲ ਨਹੀਂ ਬਚ ਸਕਦਾ, ਮੈਂ ਆਪਣੀ ਵਿਜ਼ਡਮ ਨਾਲ ਨਹੀਂ ਬਚ ਸਕਦਾ, ਸਿਰਫ ਤੇ ਸਿਰਫ ਯਿਸੂ ਮਸੀਹ ਦੇ ਨਾਂ ਨਾਲ ਬਚ ਸਕਦਾ। ਜਦੋਂ ਅਸੀਂ ਉਹਦੀ ਫੈਮਿਲੀ ਦੇ ਵਿੱਚ ਆ ਜੰਨੇ ਆ, ਫਿਰ ਉਦਾਂ ਦੇ ਹੀ ਕੰਮ ਕਰਨ ਨੂੰ ਉਹ ਸਾਨੂੰ ਇਖਤਿਆਰ ਦਿੰਦਾ ਹੈ। ਆਮੇਨ। ਸੋ ਜ਼ਰੂਰ ਤੁਸੀਂ ਅੱਜ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਪਣੇ ਆਪ ਨੂੰ ਪਰਖੋ ਤੇ ਦੇਖੋ। ਭੈਣੋ ਤੇ ਭਰਾਵੋ, ਅਖਿਆਈ ਦਾ ਟਾਈਮ ਆ, ਬਾਹਰ ਆਪਾਂ ਨੂੰ ਆਪਣੀਆਂ ਅੱਖਾਂ ਚੱਕ ਕੇ ਦੇਖਣ ਦੀ ਲੋੜ ਆ, ਆਪਣੇ ਦਿਲ ਨੂੰ ਖੋਲਣ ਦੀ ਲੋੜ ਆ ਕਿ ਸਾਡੇ ਚਾਰ ਸਪੇਰੇ ਦੁਨੀਆ ਦੇ ਵਿੱਚ, ਇਕੱਲਾ ਇੱਥੇ ਨਹੀਂ, ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈ। ਯਿਸੂ ਮਸੀਹ ਦੇ ਆਉਣ ਦਾ ਟਾਈਮ ਲਾਗੇ ਆ ਚੁੱਕਾ ਹੈ। ਸੋ ਆਪਾਂ ਲੇਜ਼ੀ ਨਾ ਹੋ ਜਾਈਏ, ਆਪਾਂ ਕਿਤੇ ਆਪਣੇ ਆਪ ਨੂੰ ਧੋਖਾ ਦੇਣ ਵਾਲੇ ਨਾ ਬਣ ਜਾਈਏ, ਦੂਜਿਆਂ ਨੂੰ ਜੱਜ ਕਰਨ ਵਾਲੇ ਨਹੀਂ, ਪਰ ਆਪਣੇ ਆਪ ਨੂੰ ਸਾਵਧਾਨ ਕਰਨ ਵਾਲੇ ਬਣ ਜਾਈਏ ਤੇ ਆਪਣਾ ਨਾਂ ਉਹਦੀ ਪੋਥੀ ਵਿੱਚ ਲਿਖਾ ਲਈਏ। ਆਮੇਨ। That's right. ਹਾਂਜੀ, ਪਾਸਟਰ ਜੀ ਆਪਣੇ ਲਈ ਪ੍ਰਾਰਥਨਾ ਕਰਨਗੇ। ਆਪਾਂ ਪਹਿਲਾਂ ਇਹੋ ਥੋੜੇ ਬਚਨ ਦੱਸਣਾ। ਉਹਦੇ ਵਿੱਚ ਇਹ ਆ, ਰੋਮੀਓ ਦੀ ਕਿਤਾਬ ਉਹਦਾ 10ਵੇਂ ਚੈਪਟਰ ਦੇ ਵਿੱਚ 9 ਤੇ 10 ਆਇਤ ਦੇ ਵਿੱਚ ਲਿਖਿਆ, ਜੇ ਤੁਸੀਂ ਯਕੀਨ ਰੱਖੋਗੇ, ਭਰੋਸਾ ਰੱਖੋਗੇ ਬਈ ਜੀਸਸ ਇਸ ਦੁਨੀਆ 'ਚ ਆਇਆ ਸੀ ਤੇ ਉਹ ਮਰ ਗਿਆ ਸੀ, ਤੀਸਰੇ ਦਿਨ ਫੇਰ ਜੀ ਉੱਠਿਆ ਸੀਗਾ, ਤੇ ਆਪਣੇ ਮੂੰਹ ਦੇ ਨਾਲ ਇਕਰਾਰ ਕਰੋਗੇ ਤੇ ਦਿਲ ਦੇ ਵਿੱਚ ਯਕੀਨ ਕਰੋਗੇ ਤੇ ਤੁਸੀਂ ਬਚੇ ਜਾਓਗੇ, ਬਚਾਏ ਜਾਓਗੇ, ਤੁਹਾਡਾ ਨਾਮ ਸਵਰਗਾਂ ਵਿੱਚ ਲਿਖਿਆ ਜਾਊਗਾ। ਸਿੰਦਰ ਪੜ੍ਹ ਕੇ ਸੁਣਾਓਗੇ ਆਪਣੇ ਵਾਸਤੇ, ਤੇ ਮੈਂ ਫਿਰ ਤੁਹਾਡੇ ਵਾਸਤੇ ਪ੍ਰੇ ਕਰੂੰਗਾ ਜੇ ਤੁਸੀਂ ਇਦਾਂ ਕਰਨਾ ਚਾਹੁੰਦੇ ਹੋ ਤਾਂ। ਚੈਪਟਰ 10, ਹਾਂਜੀ, 9 ਤੋਂ 10 ਆਇਤ। Romans chapter 10 verse 9 and 10। ਰੋਮੀਆਂ ਦੀ ਕਿਤਾਬ ਨਿਊ ਟੈਸਟਮੈਂਟ ਵਿੱਚ ਆ, ਚੈਪਟਰ 10 ਤੇ ਉਹਦੀ 9 ਤੇ 10 ਆਇਤ। ਇੱਥੇ ਇਦਾਂ ਲਿਖਿਆ, ਕਿਉਂਕਿ ਜੇ ਤੂੰ ਆਪਣੇ ਮੂੰਹ ਦੇ ਨਾਲ ਪ੍ਰਭੂ ਯਿਸੂ ਦਾ ਇਕਰਾਰ ਕਰੇ ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਜੋ ਪਰਮੇਸ਼ਵਰ ਨੇ ਉਹਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤਾਂ ਤੂੰ ਬਚਾਇਆ ਜਾਵੇਗਾ। ਧਰਮ ਲਈ ਤਾਂ ਹਿਰਦੇ ਨਾਲ ਨਿਸ਼ਚਾ ਕਰੀਦੀ ਹੈ ਅਤੇ ਮੁਕਤੀ ਦੇ ਲਈ ਮੂੰਹ ਨਾਲ ਇਕਰਾਰ ਕਰੀਦਾ ਹੈ। ਆਮੇਨ। ਓਕੇ, ਧਰਮੀ ਲਈ ਦਿਲ ਦੇ ਵਿੱਚ ਮੰਨਣ ਦੀ ਜ਼ਰੂਰਤ ਹੈ ਤੇ ਮੁਕਤੀ ਲਈ ਮੂੰਹ ਦੇ ਨਾਲ ਬੋਲ ਕੇ। ਸੋ ਇਹ ਨਹੀਂ ਹੈਗੀ ਵੀ ਅਸੀਂ ਦਿਮਾਗ ਵਿੱਚ ਰੱਖ ਲਵਾਂਗੇ, ਅਸੀਂ ਸੋਚਿਆ ਸੀਗਾ, ਹਾਂਜੀ ਮੇਰਾ ਤਾਂ ਇਹ ਖਿਆਲ ਸੀ, ਨਹੀਂ, ਮੂੰਹ ਨਾਲ ਬੋਲ ਕੇ ਕਰਨਾ ਪੈਣਾ, ਇਕਰਾਰ ਕਰਨਾ ਪੈਣਾ। ਹਾਂਜੀ, ਆਮੇਨ। ਸੋ ਜੇ ਤੁਸੀਂ ਇਹ ਕਰਨ ਨੂੰ ਤਿਆਰ ਹੈ, ਮੈਂ ਤੁਹਾਡੇ ਵਾਸਤੇ ਪ੍ਰੇ ਕਰਨੀ ਹੈ ਤੇ ਤੁਹਾਡਾ ਨਾਂ ਅੱਜ ਸਵਰਗਾਂ ਦੀ ਪੋਥੀ ਦੇ ਵਿੱਚ ਲਿਖਿਆ ਜਾਣਾ ਹੈ। ਆਮੇਨ।
ਆ ਜਾਓ ਜੀ, ਆਪਾਂ ਪਹਿਲਾਂ ਹੀ ਪ੍ਰੇ ਕਰਦੇ ਹਾਂ। ਸਵਰਗੀ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਜਿੰਨੇ ਵੀ ਮੇਰੇ ਭੈਣ ਭਰਾਵਾਂ ਅੱਜ ਸਵਰਗੀ ਪਿਤਾ, ਜੇ ਤੁਸੀਂ ਇਹ ਪ੍ਰੇ ਕਰਨਾ ਚਾਹੁੰਦੇ ਆ, ਜੇ ਤੁਸੀਂ ਕਾਰ ਕੂਰ ਨਹੀਂ ਚਲਾਉਂਦੇ ਹੈਗੇ ਤਾਂ ਇੱਦਾਂ ਹੱਥ ਖੜਾ ਕਰਿਓ। ਸਵਰਗੀ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਜਿੰਨੇ ਵੀ ਮੇਰੇ ਭੈਣ ਭਰਾਵਾਂ ਨੇ ਅੱਜ ਹੱਥ ਖੜਾ ਕੀਤਾ ਤੁਹਾਡੇ ਸਾਹਮਣੇ, ਤਾਂ ਸਵਰਗੀ ਪਿਤਾ ਉਹ ਇਕਰਾਰ ਕਰਦੇ ਆ, ਸਵਰਗੀ ਪਿਤਾ ਉਹ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਬਣਾਉਣਾ ਚਾਹੁੰਦੇ ਆ, ਆਪਣਾ ਨਾਂ ਉਹ ਸਵਰਗਾਂ ਦੇ ਵਿੱਚ ਲਿਖਾਉਣਾ ਚਾਹੁੰਦੇ ਆ, ਤੁਹਾਡੀ ਪੋਥੀ ਦੇ ਜੀਵਨ ਦੀ ਪੋਥੀ ਦੇ ਵਿੱਚ। ਤਾਂ ਸਵਰਗੀ ਪਿਤਾ ਅੱਜ ਤੁਸੀਂ ਉਹਨਾਂ ਨੂੰ ਰਜਿਸਟਰ ਕਰ ਲਓ, ਅੱਜ ਉਹਨਾਂ ਦਾ ਨਾਮ ਲਿਖ ਲਓ ਤੇ ਉਹਨਾਂ ਦੇ ਪਾਪ ਮਾਫ ਕਰ ਦਿਓ, ਉਹਨਾਂ ਨੂੰ ਆਪਣੇ ਬੇਟੇ ਬੇਟੀਆਂ ਬਣਾ ਲਓ। ਸਵਰਗੀ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਰਦੇ ਹਾਂ। ਆਮੇਨ। ਆਮੇਨ, ਆਮੇਨ। ਹੁਣ ਆਪਾਂ ਉਹਨਾਂ ਵਾਸਤੇ ਪ੍ਰੇ ਕਰਾਂਗੇ ਜਿਨ੍ਹਾਂ ਨੂੰ ਇਸ ਵੇਲੇ ਕੋਈ ਬਿਮਾਰੀ ਆ ਜਾਂ ਡਿਪਰੈਸ਼ਨ ਓਪਰੇਸ਼ਨ ਦੇ ਥੱਲੇ ਆ। ਜਿੱਦਾਂ ਜਿੱਦਾਂ ਮੈਂ ਪ੍ਰੇ ਕਰਨੀ ਆ ਤੇ ਤੁਸੀਂ ਠੀਕ ਹੋ ਜਾਣਾ। ਜੇ ਤੁਹਾਡੀ ਬਾਂਹ ਸੀ ਜਾਂ ਲੱਤ ਸੀ ਜਾਂ ਹੋਰ ਕੋਈ ਸੀ ਚੀਜ਼, ਉਹ ਹਾਲਾਤ ਨੂੰ ਦੇਖਣਾ, ਤੁਸੀਂ ਦੇਖਣਾ ਦਰਦ ਨੇ ਚੱਲ ਜਾਣਾ ਤੇ ਤੁਸੀਂ ਠੀਕ ਹੋਣ ਲੱਗ ਪੈਣਾ। ਓਕੇ, ਤਾਂ ਜੇ ਤੁਸੀਂ ਬੈੱਡ 'ਚ ਆ, ਤੁਸੀਂ ਉੱਠ ਕੇ ਤੁਰ ਕੇ ਦੇਖਣਾ ਤੇ ਤੁਸੀਂ ਐਂ ਠੀਕ ਹੋਏ ਹੋਣਾ। ਆਮੇਨ। ਥੈਂਕ ਯੂ ਫਾਦਰ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸਵਰਗੀ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਜਿੰਨੇ ਵੀ ਮੇਰੇ ਭੈਣ ਭਰਾ ਇਸ ਵੇਲੇ ਸੁਣ ਰਹੇ ਆ, ਸਵਰਗੀ ਪਿਤਾ ਕੋਈ ਵੀ ਉਹਨਾਂ ਦੇ ਸਰੀਰ ਵਿੱਚ ਕਮਜ਼ੋਰੀ ਆ, ਕੋਈ ਵੀ ਖੂਨ ਦੀ ਕਮਜ਼ੋਰੀ, ਦਿਲ ਦੀ ਕਮਜ਼ੋਰੀ, ਕਿਡਨੀਆਂ ਲਿਵਰਸ ਦੀ ਕਮਜ਼ੋਰੀ ਆ, ਜਾਂ ਸਵਰਗੀ ਪਿਤਾ ਲੱਤਾਂ ਦੇ ਵਿੱਚ ਕੋਈ ਪ੍ਰੋਬਲਮ ਆ, ਜਾਂ ਸਵਰਗੀ ਪਿਤਾ ਹੋਰ ਕੋਈ ਸਰੀਰ ਦੇ ਵਿੱਚ ਉੱਤੋਂ ਸਿਰ ਤੋਂ ਲਾ ਕੇ ਪੈਰਾਂ ਤੱਕ ਕੋਈ ਵੀ ਪ੍ਰੋਬਲਮ ਹੈ, ਸਵਰਗੀ ਪਿਤਾ ਅਸੀਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹੁਕਮ ਦਿੰਦੇ ਹਾਂ, ਐਸੇ ਵੇਲੇ ਬਿਮਾਰੀਆਂ ਜਾਂਦੀਆਂ ਰਹਿਣ, ਯਿਸੂ ਮਸੀਹ ਦੇ ਮਾਰ ਖਾਣ ਨਾਲ ਉਹ ਨਰੋਏ ਕੀਤੇ ਜਾਣ। ਤਾਂ ਸਵਰਗੀ ਪਿਤਾ ਅਸੀਂ ਉਹਨਾਂ ਵਾਸਤੇ ਵੀ ਪ੍ਰੇ ਕਰਦੇ ਹਾਂ ਜਿਹੜੇ ਡਿਪਰੈਸ਼ਨ ਓਪਰੇਸ਼ਨ ਦੇ ਥੱਲੇ ਆ। ਸਵਰਗੀ ਪਿਤਾ ਅਸੀਂ ਹੁਕਮ ਦਿੰਦੇ ਹਾਂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਉਸ ਭੂਤਾਂ ਨੂੰ, ਉਸ ਦੁਰਸ਼ਾਤਮਾ ਨੂੰ, ਉਸ ਡਿਪਰੈਸ਼ਨ ਨੂੰ, ਉਸ ਓਪਰੇਸ਼ਨ ਨੂੰ ਛੱਡ ਕੇ ਜਾਣਾ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ। ਐਸੇ ਵੇਲੇ ਛੱਡ ਕੇ ਚੱਲ ਜਾਓ, ਐਸੇ ਵੇਲੇ ਮੇਰੇ ਭੈਣ ਭਰਾ ਛੁਟਕਾਰਾ ਪਾਓ, ਇਨ ਜੀਸਸ ਨੇਮ, ਆਮੇਨ, ਆਮੇਨ। ਪ੍ਰਾਈਜ਼ ਦ ਲਾਰਡ। ਪ੍ਰਭੂ ਦੇ ਨਾਮ ਦੇ ਵਿੱਚ ਸ਼ਕਤੀ ਆ ਤੇ ਤੁਸੀਂ ਇਸ ਲਿੰਕ ਨੂੰ ਸ਼ੇਅਰ ਕਰਨਾ, ਪ੍ਰਾਰਥਨਾ ਕਰਨੀ ਤੇ ਆਪਣੇ ਆਪ ਨੂੰ ਹੁਸ਼ਿਆਰ ਰੱਖਣਾ, ਕਿਉਂਕਿ ਬਾਈਬਲ ਦੱਸਦੀ ਕਬੂਤਰਾਂ ਵਰਗੇ ਭੋਲੇ ਤੇ ਸੱਪਾਂ ਵਰਗੇ ਹੁਸ਼ਿਆਰ ਹੋਵੋ, ਕਿਉਂਕਿ ਟਾਈਮ ਬਹੁਤ ਇਸ ਵੇਲੇ ਨੇੜੇ ਆ ਪ੍ਰਭੂ ਯਿਸੂ ਮਸੀਹ ਦੇ ਆਉਣ ਦਾ। ਆਮੇਨ, ਆਮੇਨ। ਤੇ ਉਦੋਂ ਤੱਕ ਤੁਸੀਂ ਬਲੈਸਡ ਰਹੋ। ਜੇ ਯਿਸੂ ਮਸੀਹ ਦੂਸਰੀ ਵਾਰੀ ਨਾ ਆਏ ਤਾਂ ਫਿਰ ਆਪਾਂ ਮਿਲਾਂਗੇ, ਪਰ ਜੇ ਆ ਗਏ ਤਾਂ ਫਿਰ ਵੀ ਆਪਾਂ ਸਵਰਗਾਂ ਦੇ ਵਿੱਚ ਮਿਲਾਂਗੇ। That's right. ਸੋ ਉਦੋਂ ਤੱਕ ਤੁਸੀਂ ਬਲੈਸਡ ਰਹੋ, ਖੁਸ਼ ਰਹੋ ਤੇ ਮਿਲਦੇ ਹਾਂ ਆਪਾਂ ਸੰਡੇ ਨੂੰ ਫਿਰ 3:30 ਵਜੇ। God bless. James. ਜੈ ਮਸੀਹ ਦੀ। James.